ਸਤਿ ਸ਼੍ਰੀ ਅਕਾਲ ਜੀ। ਮਾਈ ਸੈਲਫ ਰਮਨ ਸ਼ਰਮਾ। ਆਈ ਐਮ ਮੈਨੇਜਿੰਗ ਡਾਇਰੈਕਟਰ ਆਫ ਰਮਨਜ਼ ਅਕੈਡਮੀ ਤੇ ਇਹਦੇ ਨਾਲ ਮੈਂ ਆਇਲਸ ਟ੍ਰੇਨਰ ਵੀ ਹਾਂ ਤੇ ਮੈਨੂੰ ਆਇਲਸ ਨੂੰ ਪੜ੍ਹਾਉਂਦੇ ਨੂੰ ਲਗਭਗ 4 ਤੋਂ 5 ਸਾਲ ਹੋ ਗਏ। ਇੱਕ ਮੈਨੇ ਆਇਲਸ ਦਾ ਚੈਨਲ ਇੱਥੇ ਤਿਆਰ ਕੀਤਾ ਜਿਹਦਾ ਨਾਮ ਹੈ ਰਮਨਜ਼ ਆਇਲਸ। ਇਹ YouTube ਦੇ ਉੱਤੇ ਹਾਲੇ ਮੈਂ ਨਵਾਂ ਚੈਨਲ ਤਿਆਰ ਕੀਤਾ ਹੈ ਤੇ ਇਹ ਚੈਨਲ ਨੂੰ ਤਿਆਰ ਕਰਨ ਦਾ ਇੱਕ ਸਪੈਸ਼ਲ ਮਕਸਦ ਸਾਡਾ ਇਹ ਸੀਗਾ ਕਿ ਬਹੁਤ ਸਾਰੇ ਬੱਚੇ ਜਿਹੜੇ ਸਾਡੇ ਕੋਲ ਇੱਥੇ ਨਹੀਂ ਪਹੁੰਚ ਸਕਦੇ, ਬਹੁਤ ਪਿੰਡਾਂ ਤੋਂ ਐਵੇਂ ਦੇ ਬਿਲੋਂਗ ਕਰਦੇ ਜਿੱਥੇ ਟਰਾਂਸਪੋਰਟੇਸ਼ਨ ਦਾ ਅੱਛਾ ਸਿਸਟਮ ਨਹੀਂ ਹੈਗਾ, ਤਾਂ ਉਹਨਾਂ ਨੂੰ ਘਰੇ ਬੈਠਿਆਂ ਨੂੰ ਬਹੁਤ ਨੌਲੇਜੇਬਲ ਵੀਡੀਓ ਮਿਲਣ ਤੇ ਉਹਨਾਂ ਦੇ ਆਇਲਸ ਨੂੰ ਲੈ ਕੇ ਜਿਸ ਤਰ੍ਹਾਂ ਦੇ ਵੀ ਡਾਊਟਸ ਹੁੰਦੇ ਆ ਉਹ ਘਰੇ ਬੈਠੇ ਉਹਨਾਂ ਨੂੰ ਕਲੀਅਰ ਹੋਣੇ ਚਾਹੀਦੇ ਆ। ਤੇ ਅੱਜ ਦੀ ਜਿਹੜੀ ਸਪੈਸ਼ਲ ਵੀਡੀਓ ਅਸੀਂ ਬਣਾ ਰਹੇ ਹਾਂਗੇ ਇਹ ਰੀਡਿੰਗ ਦੀ ਵੀਡੀਓ ਹੈ ਤੇ ਹਰ ਇੱਕ ਬੱਚੇ ਨੂੰ ਪਤਾ ਹੈਗਾ ਕਿ ਆਇਲਸ ਦੇ ਵਿੱਚ ਕੋਈ ਸਿਲੇਬਸ ਨਹੀਂ ਹੁੰਦਾ ਹੈਗਾ ਤੇ ਇਹ ਨਹੀਂ ਹੈਗਾ ਕਿ ਆਪਾਂ 10 ਬੁੱਕਸ ਰੀਡ ਆਊਟ ਕਰ ਲਈਏ ਜਾਂ 100 ਬੁੱਕਸ ਰੀਡ ਆਊਟ ਕਰ ਲਈਏ ਤੇ ਐਗਜ਼ਾਮ ਇਸੇ ਦੇ ਵਿੱਚੋਂ ਹੋਊਗਾ। ਇਹ ਬਿਲਕੁਲ ਗਲਤ ਹੈ। ਆਇਲਸ ਇੱਕ ਟ੍ਰਿਕ ਬੇਸਡ ਟੈਸਟ ਹੈਗਾ, ਬੱਚੇ ਨੂੰ ਨੌਲੇਜ ਬੇਸਡ ਟੈਸਟ ਹੈ, ਇਸ ਤੋਂ ਵੱਧ ਕੁਝ ਨਹੀਂ ਹੈਗਾ। ਚਾਹੇ ਬੱਚਾ +2 ਹੈ, ਬੈਚਲਰ ਹੈ, ਚਾਹੇ ਮਾਸਟਰਸ ਦੀ ਉਹਦੀ ਡਿਗਰੀ ਹੈ, ਆਇਲਸ ਟੈਸਟ ਸਾਰਿਆਂ ਦੇ ਲਈ ਇਕੁਅਲ ਹੁੰਦਾ ਹੈਗਾ। ਇਹਦਾ ਕੋਈ ਇਹ ਨਹੀਂ ਹੈ ਕਿ ਇੱਕ ਬੱਚਾ ਕਾਮਰਸ ਦਾ ਪੜ੍ਹਿਆ ਹੋਇਆ ਹੈ ਸ਼ਾਇਦ ਉਹਨੂੰ ਜੋ ਟੌਪਿਕ ਆ ਉਹ ਨਾਨ ਮੈਡੀਕਲ ਦਾ ਜੇ ਕੋਈ ਬੱਚਾ ਨਾਨ ਮੈਡੀਕਲ ਦਾ ਪੜ੍ਹਿਆ ਸ਼ਾਇਦ ਉਹਨੂੰ ਮੈਡੀਕਲ ਦਾ ਕੋਈ ਵੀ ਟੌਪਿਕ ਆ ਸਕਦਾ ਹੈ। ਮਤਲਬ ਟੂ ਬੀ ਵੈਰੀ ਓਨੈਸਟ ਔਰ ਵੈਰੀ ਫਰੈਂਕ, ਅੱਜ ਜੋ ਚੀਜ਼ ਮੈਂ ਪੜ੍ਹਾਊਂਗਾ ਉਹ ਇਸ ਬੇਸਡ ਹੋਏਗੀ ਕਿ ਸ਼ਾਇਦ ਤੁਸੀਂ ਉਸ ਟੌਪਿਕ ਬਾਰੇ ਜਾਣਦੇ ਹੋ ਜਾਂ ਬਿਲਕੁਲ ਵੀ ਨਹੀਂ ਜਾਣਦੇ, ਪਰ ਆਪਣਾ ਮਕਸਦ ਹੈ ਕਿ ਆਪਾਂ ਆਨਸਰਸ ਨੂੰ ਕਿਵੇਂ ਫਾਈਂਡ ਆਊਟ ਕਰਨਾ ਹੈ। ਰੀਡਿੰਗ ਦੇ ਵਿੱਚ 40 ਕੁਐਸਚਨਸ ਹੁੰਦੇ ਆ ਤੇ ਉਹਨਾਂ ਚੋਂ ਇੱਕ ਸਭ ਤੋਂ ਡਿਫਰੈਂਟ ਟਾਈਪ ਮੰਨੀ ਜਾਂਦੀ ਹੈ, ਦੈਟ ਇਜ਼ ਕਾਲਡ ਅ ਲਿਸਟ ਆਫ ਹੈਡਿੰਗ। ਬਹੁਤ ਸਾਰੇ ਬੱਚੇ ਲਿਸਟ ਆਫ ਹੈਡਿੰਗ ਦਾ ਨਾਮ ਸੁਣਦੇ ਹੀ ਬਹੁਤ ਡਰ ਜਾਂਦੇ ਆ, ਪਰ ਅਸਲ ਦੇ ਵਿੱਚ ਇੱਕ ਟ੍ਰੇਨਰ ਬਹੁਤ ਅੱਛੇ ਤਰੀਕੇ ਨਾਲ ਜੇਕਰ ਬੱਚੇ ਨੂੰ ਟ੍ਰਿਕ ਸਿਖਾ ਦੇਗਾ ਤਾਂ ਉਹ ਲਿਸਟ ਆਫ ਹੈਡਿੰਗ ਉਹ ਕਿਸੇ ਵੀ ਸਿਲੇਬਸ 'ਚੋਂ ਆ ਜਾਣ ਤੇ ਉਹਦੇ ਲਈ ਕੋਈ ਮੈਟਰ ਨਹੀਂ ਕਰਦਾ ਹੈਗਾ। ਤੇ ਅੱਜ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਲਿਸਟ ਆਫ ਹੈਡਿੰਗ ਨੂੰ ਤੁਹਾਨੂੰ ਇਸ ਤਰੀਕੇ ਨਾਲ ਕਰਾਵਾਂ ਕਿ ਤੁਹਾਨੂੰ ਇੰਨੀਆਂ ਵਧੀਆ ਤਰੀਕੇ ਨਾਲ ਟ੍ਰਿਕਸ ਸਮਝ ਆ ਜਾਣ ਕਿ ਐਗਜ਼ਾਮ ਦੇ ਵਿੱਚ ਚਾਹੇ ਕਿਤੋਂ ਵੀ ਟੌਪਿਕ ਆ ਜਾਏ ਤੇ ਤੁਸੀਂ ਉਸ ਨੂੰ ਡਰੋ ਨਾ। ਅਸਲ ਗੱਲ ਇਹ ਹੁੰਦੀ ਆ ਕਿ ਕਈ ਟੌਪਿਕ ਐਵੇਂ ਦੇ ਹੁੰਦੇ ਆ ਜਿਹੜੇ ਆਪਾਂ ਨੂੰ ਸਮਝ ਹੁੰਦੇ ਆ, ਆਪਾਂ ਸਕੂਲ 'ਚ ਪੜ੍ਹੇ ਹੁੰਦੇ ਆ, ਆਪਾਂ ਕਾਲਜ 'ਚ ਪੜ੍ਹੇ ਹੁੰਦੇ ਆ, ਪਰ ਕਈ ਟੌਪਿਕ ਤਾਂ ਐਵੇਂ ਦੇ ਵੀ ਹੁੰਦੇ ਜਿਨ੍ਹਾਂ ਬਾਰੇ ਆਪਾਂ ਜ਼ਿੰਦਗੀ 'ਚ ਕਦੇ ਸੁਣਿਆ ਵੀ ਨਹੀਂ ਹੁੰਦਾ। ਤਾਂ ਅਸਲੀ ਟੀਚਿੰਗ ਤੇ ਅਸਲੀ ਮੈਂ ਆਪਣਾ ਪ੍ਰੋਫੈਸ਼ਨ ਉਸ ਚੀਜ਼ ਨੂੰ ਮੰਨਦਾ ਕਿ ਬੱਚੇ ਨੂੰ ਇਸ ਤਰੀਕੇ ਨਾਲ ਪੜ੍ਹਾਓ ਜਿਹੜਾ ਟੌਪਿਕ ਲਈ ਉਹ ਫੈਮਿਲੀਅਰ ਹੈ ਉਹ ਤਾਂ ਸਾਰੇ ਕਰ ਲੈਣਗੇ। ਅਸਲ ਮਜ਼ਾ ਤਾਂ ਇਹ ਹੈ ਕਿ ਉਸਨੇ ਟੌਪਿਕ ਵੀ ਪਹਿਲੀ ਵਾਰ ਦੇਖਿਆ ਹੋਵੇ ਤੇ ਆਨਸਰ ਵੀ ਸਾਰੇ ਐਕੂਰੇਟ ਸਹੀ ਲਾ ਕੇ ਜਾਵੇ। ਅੱਜ ਦਾ ਟੌਪਿਕ ਰੀਡਿੰਗ ਦਾ ਜੋ ਮੈਂ ਲਿਸਟ ਆਫ ਹੈਡਿੰਗ ਲਿਆ ਉਹ ਹੈ ਸੈਲੀਸਾਈਲਿਕ ਐਸਿਡ ਦੇ ਉੱਤੇ ਹੈਗਾ ਤੇ ਅੱਜ ਮੈਂ ਪ੍ਰੋਪਰਲੀ ਤਰੀਕੇ ਦੇ ਨਾਲ ਤੁਹਾਨੂੰ ਆਪਣੇ ਟ੍ਰਿਕਸ ਦੇ ਨਾਲ ਪੈਸੇजेस ਨੂੰ ਪੜਾਉਂਗਾ, ਆਨਸਰਸ ਨੂੰ ਵੀ ਮੈਚ ਕਰਾਉਂਗਾ ਤੇ ਇਸ ਰੀਡਿੰਗ ਨੂੰ ਮਤਲਬ ਕਿ ਲਿਸਟ ਆਫ ਹੈਡਿੰਗ ਨੂੰ ਕੰਪਲੀਟ ਕਰਨ ਤੋਂ ਬਾਅਦ ਤੁਹਾਡੇ ਬਹੁਤ ਸਾਰੇ ਡਾਊਟਸ ਵੀ ਕਲੀਅਰ ਹੋ ਜਾਣਗੇ ਤੇ ਬਹੁਤ ਸਾਰੇ ਬੱਚਿਆਂ ਨੂੰ ਲਿਸਟ ਆਫ ਹੈਡਿੰਗ ਆਸਾਨ ਲੱਗਣੀ ਸ਼ੁਰੂ ਹੋ ਜਾਣਗੀ। ਤਾਂ ਆਪਾਂ ਸ਼ੁਰੂ ਕਰਦੇ ਹਾਂ ਲਿਸਟ ਆਫ ਹੈਡਿੰਗ ਦਾ ਫਸਟ ਚੈਪਟਰ। ਲਿਸਟ ਆਫ ਹੈਡਿੰਗ ਨੂੰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਸਭ ਤੋਂ ਪਹਿਲਾਂ ਪੈਸੇजेस ਨੂੰ ਪੜ੍ਹਨਾ ਸ਼ੁਰੂ ਕੀਤਾ ਜਾਵੇ। ਬਹੁਤ ਸਾਰੇ ਬੱਚਿਆਂ ਦੇ ਵਿੱਚ ਇੱਕ ਮਿਥ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਉਹ ਹੈਡਿੰਗਸ ਨੂੰ ਪੜ੍ਹਨਾ ਸ਼ੁਰੂ ਕਰਦੇ ਆ। ਜਦੋਂ ਹੈਡਿੰਗਸ ਨੂੰ ਬਹੁਤ ਤਰੀਕੇ ਦੇ ਨਾਲ ਸਾਰਿਆਂ ਨੂੰ ਹੈਡਿੰਗਸ ਨੂੰ ਪੜ੍ਹ ਲੈਂਦੇ ਆ ਨਾ ਤਾਂ ਉਹ ਕੀ ਹੁੰਦੇ ਆ, ਉਹ ਕਨਫਿਊਜ਼ ਹੋ ਜਾਂਦੇ ਆ। ਪਰ ਸਭ ਤੋਂ ਵਧੀਆ ਤੇ ਫਸਟ ਟ੍ਰਿਕ ਇਹ ਆ ਕਿ ਤੁਸੀਂ ਲਿਸਟ ਆਫ ਹੈਡਿੰਗ ਨੂੰ ਤਾਂ ਪਹਿਲੇ ਨੰਬਰ ਤੇ ਦੇਖਣਾ ਹੀ ਨਹੀਂ ਹੈਗਾ। ਆਪਾਂ ਸਭ ਤੋਂ ਪਹਿਲਾਂ ਰੀਡ ਕਰਾਂਗੇ ਆਪਣਾ ਪੈਸੇਜ ਏ। ਪੈਸੇਜ ਏ ਨੂੰ ਰੀਡ ਕਰਨ ਤੋਂ ਬਾਅਦ ਆਪਾਂ ਉਹਦਾ ਓਵਰਆਲ ਕੱਢਾਂਗੇ। ਓਵਰਆਲ ਕੱਢਣ ਤੋਂ ਬਾਅਦ ਆਪਾਂ ਜਦੋਂ ਲਿਸਟ ਆਫ ਹੈਡਿੰਗ ਦੇ ਉੱਤੇ ਮੈਚਿੰਗ ਕਰਨ ਜਾਵਾਂਗੇ ਨਾ, ਸਭ ਤੋਂ ਧਿਆਨ ਨਾਲ ਸੁਣਨ ਵਾਲੀ ਗੱਲ ਇਹ ਹੈ ਕਿ ਆਪਾਂ ਕਦੇ ਵੀ ਇਹ ਸੋਚ ਕੇ ਨਹੀਂ ਆਪਾਂ ਆਨਸਰ ਲਾਉਂਦੇ ਕਿ ਮੇਰਾ ਆਨਸਰ 1 ਹੈ, ਮੇਰਾ ਆਨਸਰ 2 ਹੈ, ਮੇਰਾ ਆਨਸਰ 3 ਹੈ। ਆਪਾਂ ਐਲੀਮੀਨੇਸ਼ਨ ਮੈਥਡ ਯੂਜ਼ ਕਰਾਂਗੇ। ਉਹਦਾ ਸਭ ਤੋਂ ਵਧੀਆ ਤਰੀਕਾ ਕੀ ਹੋਏਗਾ, ਵੀ ਆਰ ਗੋਇੰਗ ਟੂ ਚੂਜ਼ ਕਿ ਮੇਰਾ ਆਨਸਰ ਇਹ ਨਹੀਂ ਹੈਗਾ, ਮੇਰਾ ਆਨਸਰ ਇਹ ਵੀ ਨਹੀਂ ਹੈਗਾ, ਇਹ ਵੀ ਨਹੀਂ ਹੈਗਾ, ਤੇ ਜਿਹੜਾ ਸਭ ਤੋਂ ਬੈਸਟ ਆਨਸਰ ਹੋਏਗਾ ਤੁਹਾਡਾ ਇਕੱਲਾ ਇੱਕੋ ਆਨਸਰ ਬਚੇਗਾ। ਆਪਾਂ ਟ੍ਰਿਕ ਨੂੰ ਅਪਲਾਈ ਕਰਦੇ ਹਾਂ ਤੇ ਤੁਹਾਡੀ ਸਕਰੀਨ ਦੇ ਉੱਤੇ ਤੁਹਾਨੂੰ ਪੈਸੇਜ ਏ ਹੁਣ ਸ਼ੋ ਹੋਏਗਾ ਤੇ ਮੈਂ ਤੁਹਾਨੂੰ ਰੀਡ ਆਊਟ ਕਰਕੇ ਦੇਣਾ ਹੈ। ਤੁਹਾਡੀ ਸਕਰੀਨ ਦੇ ਉੱਤੇ ਪੈਸੇਜ ਏ ਦੇਖੋ। The benefit of salicylic acid were first documented in the 5th century BC। ਸਭ ਤੋਂ ਪਹਿਲੀ ਚੀਜ਼ ਹੈ ਕਿ ਬਹੁਤ ਸਾਰੇ ਬੱਚਿਆਂ ਨੇ ਇਸ ਐਸਿਡ ਦਾ ਨਾਮ ਵੀ ਨਹੀਂ ਸੁਣਿਆ ਹੋਵੇਗਾ, ਪਰ ਇਸ ਚੀਜ਼ ਤੋਂ ਕੋਈ ਮੈਟਰ ਹੀ ਨਹੀਂ ਕਰਦਾ। ਆਪਾਂ ਨੂੰ ਅਸਲ ਚੀਜ਼ ਮੈਟਰ ਕੀ ਕਰਦੀ ਹੈ ਕਿ ਆਪਾਂ ਆਨਸਰ ਕਿਸ ਤਰੀਕੇ ਨਾਲ ਫਾਈਂਡ ਕਰਨਾ ਹੈ ਤੇ ਆਪਾਂ ਨੂੰ ਟ੍ਰਾਂਸਲੇਸ਼ਨ ਬਹੁਤ ਅੱਛੇ ਤਰੀਕੇ ਨਾਲ ਆਉਣੀ ਚਾਹੀਦੀ ਹੈ। ਫਸਟ ਟਾਈਮ ਇਹੀ ਕਹਿ ਰਹੇਗਾ ਕਿ ਜਿਹੜਾ ਸੈਲੀਸਿਲਿਕ ਐਸਿਡ ਹੈਗਾ ਇਹ ਜਿਹੜਾ ਫਸਟ ਫਾਈਂਡ ਆਊਟ ਹੋਇਆ ਸੀ 5th ਸੈਂਚੁਰੀ 'ਚ ਹੋਇਆ ਸੀਗਾ। When the Greek physician Hippocrates noted how powder derived from the bark of the white willow tree was capable, ਹੁਣ ਜਿਹੜਾ ਇਹ ਕਹਿੰਦਾ ਹੈ ਵੀ ਜਿਹੜਾ ਟਰੀ ਦਾ ਬਾਰਕ ਸੀਗਾ ਉਹ ਜਿਹੜਾ ਵਾਈਟ ਪਾਰਟ ਸੀਗਾ ਉਹਦਾ ਉਹ ਕੈਪੇਬਲ ਸੀਗਾ ਕਿਸ ਲਈ, ਮਤਲਬ ਕਿ ਕੈਪੇਬਲ ਸੀਗਾ ਰਿਡਿਊਸਿੰਗ ਫੀਵਰ ਐਂਡ ਰਿਲੀਵਿੰਗ ਪੇਨ। ਮਤਲਬ ਕੀ ਹੈ ਕਿ ਜੋ
ਇੱਕ ਆਪਣਾ ਫਿਜ਼ੀਸ਼ੀਅਨ ਹੈ, ਉਹਦਾ ਨਾਮ ਹੈ ਹਿਪੋਕ੍ਰੇਟਸ ਹੈ, ਉਹਨੇ ਨੋਟ ਕੀਤਾ ਵੀ ਜਿਹੜਾ ਦਰਖਤ ਤੋਂ ਇੱਕ ਪਾਊਡਰ ਮਿਲਦਾ ਹੈਗਾ, ਇਹ ਪਾਊਡਰ ਕਿਸ ਚੀਜ਼ ਲਈ ਸਹਾਈ ਹੁੰਦਾ ਹੈਗਾ, ਜੇ ਕਿਸੇ ਨੂੰ ਫੀਵਰ ਹੋਵੇ ਜਾਂ ਉਹਦੇ ਪੇਨ ਹੋ ਰਿਹਾ ਹੋਵੇ ਤਾਂ ਉੱਥੇ ਇਹਨੂੰ ਯੂਜ਼ ਕੀਤਾ ਜਾਵੇ ਤਾਂ ਬਹੁਤ ਆਰਾਮ ਮਿਲਦਾ ਹੈ। Surviving evidence suggests that the early civilization across the Middle East and in the North America also used willow bark for these purposes। मतलब देखो ये बहुत सारी ना इन्फॉर्मेशन ਆਪਾਂ ਨੂੰ ਐਕਸਟਰਾ ਦਿੱਤੀ ਹੁੰਦੀ ਹੈ ਕਿਉਂਕਿ ਆਪਣਾ ਟਾਈਮ ਵੀ ਵੇਸਟ ਕਰਨਾ ਹੁੰਦਾ ਹੈਗਾ, ਪਰ ਅਸਲ ਦੇ ਵਿੱਚ ਇਹਨਾਂ ਨੂੰ ਪੜ੍ਹੇ ਬਿਨਾਂ ਵੀ ਆਪਾਂ ਆਪਣਾ ਲਿਸਟ ਆਫ ਹੈਡਿੰਗ ਅੱਛੇ ਤਰੀਕੇ ਨਾਲ ਕਲੀਅਰ ਨਹੀਂ ਕਰ ਸਕਦੇ, ਪਰ ਇਹ ਇਨਫੋਰਮੇਸ਼ਨ ਆਪਾਂ ਬਹੁਤ ਫਾਸਟਲੀ ਰੀਡ ਆਊਟ ਕਰ ਸਕਦੇ ਹਾਂ। ਇਹਦੇ 'ਚ ਵੀ ਇਹਨਾਂ ਨੇ ਇਹੀ ਚੀਜ਼ ਨੂੰ ਮੈਂਸ਼ਨ ਕੀਤਾ ਹੋਇਆ ਕਿ ਪਹਿਲਾਂ ਦੀ ਜਿਹੜੀ ਸਿਵਲਾਈਜੇਸ਼ਨ ਸੀਗਾ ਜਾਂ ਮਿਡਲ ਈਸਟ ਦੇ ਲੋਕ ਸੀ ਜਾਂ ਨਾਰਥ ਅਮਰੀਕਾ ਦੇ ਸੀਗੇ, ਉਹ ਵੀ ਫੀਵਰ ਦੇ ਲਈ ਜਾਂ ਆਪਣੇ ਪੇਨ ਦੇ ਲਈ ਉਹ ਇਸ ਜਿਹੜਾ ਬਾਕ ਸੀਗਾ ਉਹਨੂੰ ਯੂਜ਼ ਕਰਦੇ ਸੀਗੇ। It was not until 1826, however, that was active component of willow bark was finally distilled and given a name salicin। मतलब ਕੀ ਹੋ ਗਿਆ, ਹੁਣ ਇਹ ਥੋੜਾ ਜਿਹਾ ਇਹ 'ਚ ਮਾਡਰਨ ਆ ਗਿਆ, ਮਤਲਬ ਕੀ ਹੈ ਕੋਈ ਵੀ ਚੀਜ਼ ਹੈ ਪ੍ਰੋਗਰੈਸ ਹੈ ਉਹ ਸਮੇਂ ਸਿਰ ਚੇਂਜ ਹੁੰਦਾ ਰਹਿੰਦਾ ਹੈ। ਸਭ ਤੋਂ ਪਹਿਲਾਂ ਕੀ ਸੀਗਾ, ਉਹ ਸੈਲਿਲਿਕ ਐਸਿਡ ਸੀਗਾ ਤੇ ਉਸ ਤੋਂ ਬਾਅਦ ਉਹ 'ਚ ਜਦੋਂ ਚੇਂਜ ਹੋਇਆ ਉਹਦੇ ਚੇਂਜ ਹੁੰਦਾ ਉਹਦਾ ਨਾਮ ਸੀਗਾ ਉਹ ਸੈਲਿਕਿਨ ਰੱਖ ਦਿੱਤਾ ਬਾਏ ਜੌਨ ਐਂਡਰਸ ਬਚਨਰ, ਜੋ ਵੀ ਇੱਕ ਇਹਨਾਂ ਨੇ ਦਿੱਤਾ ਉਹ ਫਿਜ਼ਿਸਟ ਹੋਣਾ ਇਹਦਾ ਜਰਮਨ ਫਾਰਮੋਲੋਜਿਸਟ ਹੈਗਾ, ਇਹ ਉਹਦਾ ਨੇਮ ਮੈਂਸ਼ਨ ਕਰਤਾ ਸੀ, ਉਸ ਬੰਦੇ ਨੇ ਇਹਦਾ ਨਾਮ ਹੈ ਸੈਲਿਕਿਨ ਰੱਖਿਆ। ਐਟ ਦ ਯੂਨੀਵਰਸਿਟੀ ਆਫ ਮਨਿਚ a few years later the process of isolation was perfected and the Italian chemist Raffaele Perea completed the development of salicylic acid through a chemical conversion। मतलब ਕੀ ਹੋਇਆ, ਸਭ ਤੋਂ ਪਹਿਲਾਂ ਆਪਣੇ ਕੋਲੇ ਕੀ ਸੀਗਾ, ਉਹ ਇੱਕ ਬਾਕ ਦੇ ਵਿਲੋ ਟਰੀ ਤੋਂ ਮਿਲਿਆ ਸੀਗਾ ਤੇ ਇੱਕ ਬਾਕ ਦੇ ਰੂਪ ਚ ਮਿਲਿਆ ਸੀ ਵਿਲੋ ਬਾਕ, ਉਸ ਤੋਂ ਬਾਅਦ ਉਹਦਾ ਨਾਮ ਸੀਗਾ ਉਹ ਸੈਲਿਕਿਨ ਰੱਖਤਾ। ਉਸ ਤੋਂ ਬਾਅਦ ਫਿਰ ਹੋਰ ਡਿਵੈਲਪਮੈਂਟ ਹੋਈ ਤੇ ਉਹਨੂੰ ਇੱਕ ਕੈਮੀਕਲ ਦੇ ਰੂਪ ਦੇ ਵਿੱਚ ਇਹਨਾਂ ਨੇ ਅੱਗੇ ਪੇਸ਼ ਕੀਤਾ। ਬਾਈ ਦਾ ਐਂਡ ਆਫ ਦਾ 19th ਸੈਂਚੁਰੀ, ਜਦੋਂ 19th ਸੈਂਚੁਰੀ ਦਾ ਐਂਡ ਸੀਗਾ, ਦਾ ਜਰਮਨ ਕੰਪਨੀ ਬੇਅਰ ਵਾਸ ਸਕਸੈਸਫੁਲੀ ਮਾਰਕੀਟਿੰਗ ਅ ਡਰਗ ਐਜ਼ ਟੈਬਲੇਟ। ਵੈਰੀ ਫਾਈਨ। ਹੁਣ ਲਾਸਟ ਦੇ ਆ ਕੇ ਕੀ ਹੋਇਆ, ਉਹ ਇੱਕ ਟੈਬਲੇਟ ਦੇ ਰੂਪ ਦੇ ਵਿੱਚ ਆਪਣੇ ਸਾਹਮਣੇ ਆ ਗਏ under the aspirin trademark and the quickly became a staple in the medicine। staple word ਹੈ ਉਹ ਇੱਕ ਅਨਾਜ ਲਈ ਯੂਜ਼ ਹੁੰਦਾ ਹੈ, ਜਿਵੇਂ ਆਪਣੇ ਕਣਕ ਹੋ ਗਿਆ, ਝੋਨਾ ਹੋ ਗਿਆ, ਮਤਲਬ ਸਟੈਪਲ ਉੱਥੇ ਯੂਜ਼ ਹੁੰਦਾ ਹੈ ਕਿ ਜਿਹੜੀ ਚੀਜ਼ ਬਣਾ ਰਹਿ ਹੀ ਨਹੀਂ ਜਾਂਦਾ, ਮਤਲਬ ਕਿ ਇੱਕ ਫਸਲਾਂ ਦਾ ਭੰਡਾਰ ਵੀ ਆਪਾਂ ਕਹਿ ਸਕਦੇ, ਇਹਨੂੰ ਫਸਲਾਂ ਵੀ ਕਹਿੰਦੇ ਨੇ। ਤਾਂ ਜਿਹੜੇ ਟੈਬਲੇਟਸ ਬਣ ਗਈਆਂ ਸੀਗੀਆਂ ਇਹ ਮੈਡੀਸਿਨ ਦੀਆਂ ਫਸਲਾਂ ਬਣ ਗਈਆਂ ਸੀਗੇ, ਇਹਦੋਂ ਬਿਨਾਂ ਕੋਈ ਬੰਦਾ ਕੁਝ ਸੋਚ ਵੀ ਨਹੀਂ ਸਕਦਾ ਸੀਗਾ। ਚੈਸਟ ਦਾ ਹਾਊਸਹੋਲਡ ਇਨ ਦਾ ਵੈਸਟਰਨ ਵਰਲਡ ਦੇ ਵਿੱਚ ਇਹ ਚੀਜ਼ ਦਾ ਬਹੁਤ ਜ਼ਿਆਦਾ ਦੌਰ ਚੱਲ ਪਿਆ ਸੀ। ਮਤਲਬ ਦੇਖੋ ਹੁਣ ਸਾਰਾ ਪੈਰਾ ਇੱਕ ਓਵਰਆਲ ਆਪਾਂ ਨੂੰ ਕੀ ਕਹਿ ਰਿਹਾ ਹੈ ਕਿ ਇੱਕ ਸੈਲਿਲਿਕ ਐਸਿਡ ਹੈ 5th ਸੈਂਚੁਰੀ ਚੋਂ ਫਾਈਂਡ ਆਊਟ ਹੋਇਆ, ਦੱਸਿਆ ਗਿਆ ਵੀ ਕਿਹਨੇ, ਹਿਪੋਕ੍ਰੇਟਸ ਨੇ ਕੀਤਾ, ਠੀਕ ਆ। ਇਹ ਕਿਹੜੇ ਰੂਪ 'ਚ ਆਪਾਂ ਨੂੰ ਸਭ ਤੋਂ ਪਹਿਲਾਂ ਮਿਲਿਆ, ਸਭ ਤੋਂ ਪਹਿਲਾਂ ਵਿਲੋ ਬਾਕ ਦੇ ਰੂਪ 'ਚ ਮਿਲਿਆ। ਫਿਰ ਆਪਾਂ ਨੂੰ ਦੱਸਿਆ ਗਿਆ ਕਿ ਨਾਰਥ ਅਮਰੀਕਾ ਦੇ ਵਿੱਚ ਇਹਨੂੰ ਯੂਜ਼ ਕਰਦੇ ਸੀਗੇ ਜਾਂ ਮਿਡਲ ਈਸਟ ਵਿੱਚ ਯੂਜ਼ ਕਰਦੇ ਸੀਗੇ। ਉਸ ਤੋਂ ਬਾਅਦ ਇਹਨੂੰ ਕੀ ਕੀਤਾ, ਇਹਦਾ ਇੱਕ ਨਵਾਂ ਹੋਰ ਨਾਮ ਮੈਂਸ਼ਨ ਕਰਤਾ, ਉਹ ਸੈਲਿਕਿਨ, ਇੱਕ ਨਵਾਂ ਨਾਮ ਮੈਂਸ਼ਨ ਹੋ ਗਿਆ, ਬਲਕਿ ਇਹ 'ਚ ਚੇਂਜ ਆ ਗਿਆ ਡੈਫੀਨਿਟਲੀ। ਉਸ ਤੋਂ ਇਹ ਫਾਰਮੋਲੋਜਿਸਟ ਨੇ ਕੀਤਾ ਸੀਗਾ। ਇਹਦੀ ਡਿਵੈਲਪਮੈਂਟ ਫਿਰ ਅੱਗੇ ਕੀ ਆ ਗਈ, ਜਿਹੜੀ ਰੈਫਲ ਪੀਰੀਆ ਉਹਨਾਂ ਨੇ ਕੀ ਕੀਤਾ, ਇਹਨੂੰ ਇੱਕ ਕੈਮੀਕਲ ਦੇ ਰੂਪ 'ਚ ਬਣਾ ਲਿਆ। ਉਸ ਤੋਂ ਬਾਅਦ ਕੈਮੀਕਲ ਦੇ ਰੂਪ 'ਚ ਬਣਾਉਣ ਤੋਂ ਬਾਅਦ ਇੱਕ ਟੈਬਲੇਟ ਦੇ ਰੂਪ ਦੇ ਵਿੱਚ ਵੀ ਆ ਗਿਆ। ਮਤਲਬ ਕੀ ਹੈ ਕਿ ਇੱਕ ਸੈਲਿਲਿਕ ਐਸਿਡ ਦੇ ਬਾਰੇ ਦੱਸਿਆ ਕਿ ਉਹ ਕਿਵੇਂ ਬਦਲਿਆ ਤੇ ਉਹ 'ਚ ਬਦਲਾਅ ਕਿਵੇਂ ਆਏ। ਸਭ ਤੋਂ ਪਹਿਲਾਂ ਬਾਕ ਪਾਊਡਰ ਦੇ ਰੂਪ 'ਚ ਸੀਗਾ, ਫਿਰ ਉਹ ਇੱਕ ਸੈਲਿਕਿਨ ਦੇ ਰੂਪ 'ਚ ਆ ਗਿਆ, ਫਿਰ ਉਹ ਕੈਮੀਕਲ ਦੇ ਰੂਪ 'ਚ ਆ ਗਿਆ, ਫਿਰ ਉਹ ਟੈਬਲੇਟ ਦੇ ਰੂਪ 'ਚ ਆ ਗਿਆ ਕਿ ਕਿਸੇ ਚੀਜ਼ 'ਚ ਬਦਲਾਅ ਕਿਵੇਂ ਆਇਆ। ਬਸ ਸਾਰੇ ਪੈਰੇ ਦਾ ਓਵਰਆਲ ਇਹ ਹੈ। ਹੁਣ ਲਿਸਟ ਆਫ ਹੈਡਿੰਗ ਦੇ ਉੱਤੇ ਆਪਾਂ ਜਾਵਾਂਗੇ ਤੇ ਤੁਹਾਨੂੰ ਤੁਹਾਡੀ ਸਕਰੀਨ ਦੇ ਉੱਤੇ ਲਿਸਟ ਆਫ ਹੈਡਿੰਗ ਦੇਖਣਗੇ। ਆਪਾਂ ਇਹ ਨਹੀਂ ਮੈਚ ਕਰਦੇ ਕਿ ਇਹਦਾ ਆਨਸਰ ਇਹ ਹੈ, ਆਪਾਂ ਬਿਲਕੁਲ ਐਲੀਮੀਨੇਸ਼ਨ ਮੈਥਡ ਯੂਜ਼ ਕਰਾਂਗੇ ਤੇ ਸਭ ਤੋਂ ਬੈਸਟ ਮੈਥਡ ਯੂਜ਼ ਕਰਾਂਗੇ ਕਿ ਇਹਦਾ ਆਨਸਰ ਇਹ ਨਹੀਂ ਹੈਗਾ ਤਾਂ ਡੈਫੀਨਿਟਲੀ ਤੁਸੀਂ ਇਹ ਚੈੱਕ ਕਰਿਓ ਕਿ ਤੁਹਾਨੂੰ ਤੁਹਾਡਾ ਆਨਸਰ ਐਕੂਰੇਟ ਆਨਸਰ ਕਿਵੇਂ ਲੱਭਦਾ ਹੈਗਾ। ਤੇ ਜੇ ਤੁਹਾਨੂੰ ਐਵੇਂ ਆਨਸਰ ਲੱਭਣੇ ਸ਼ੁਰੂ ਹੋ ਗਏ ਤਾਂ ਲਿਸਟ ਆਫ ਹੈਡਿੰਗ ਹੋਰ ਵੀ ਆਸਾਨ ਹੋ ਜਾਣਗੇ। ਚਲੋ ਤੁਹਾਡੀ ਸਕਰੀਨ ਦੇ ਉੱਤੇ ਲਿਸਟ ਆਫ ਹੈਡਿੰਗ ਤੁਹਾਨੂੰ ਸ਼ੋ ਹੋ ਰਿਹਾ। ਅਵੇਲੇਬਿਲਿਟੀ ਟੂ ਦਾ ਪਬਲਿਕ, ਪੂਰੇ ਪੈਸੇਜ ਦੇ ਵਿੱਚ ਕੋਈ ਪਬਲਿਕ ਦੀ ਟਾਕ ਨਹੀਂ ਕੀਤੀ ਗਈ। ਯੂਜ਼ ਐਜ਼ ਅ ਡਾਈਜੈਸਟਿਵ ਏਡ, ਕੋਈ ਢਿੱਡ ਨਾਲ ਜੁੜੀਆਂ ਕੋਈ ਬਿਮਾਰੀਆਂ ਜਾਂ ਕੋਈ ਵੀ ਏਡ ਹੈ, ਕੋਈ ਫਸਟ ਏਡ ਹੈ, ਉਹਦੇ ਬਾਰੇ ਕੋਈ ਟਾਕ ਨਹੀਂ ਕੀਤੀ। ਮਤਲਬ ਕਿ ਦੋ ਆਨਸਰ ਆਪਾਂ ਨੂੰ ਸ਼ੋਰ ਆ ਕਿ ਆਪਣੇ ਕੋਲੇ ਆਨਸਰ ਨਹੀਂ ਹੈਗੇ। ਰਿਸਕ ਆਫ ਐਪਲੀਕੇਸ਼ਨ ਟੂ ਦਾ ਸਕਿਨ, ਡੈਫੀਨਿਟਲੀ ਕੋਈ ਸਕਿਨ ਨਾਲ ਜੁੜੀ ਹੋਈ ਕੋਈ ਵੀ ਗੱਲ ਨਹੀਂ ਕਰੀ ਹੋਈ। ਐਡੀਬਲ ਸੋਰਸਿਸ ਆਫ ਸੈਲਿਲਿਕ ਐਸਿਡ, ਐਡੀਬਲ ਹੁੰਦੇ ਨੇ ਖਾਣਯੋਗ, ਮਤਲਬ ਕਿ ਖਾਣਯੋਗ ਦੀ ਵੀ ਕੋਈ ਟਾਕ ਨਹੀਂ ਹੋਈ। अर्ली पॉपुलरिटी इन यूरोप ਦੇ ਨਾਲ ਕੋਈ ਪੋਪੂਲੈਰਿਟੀ ਦੀ ਕੋਈ ਟਾਕ ਨਹੀਂ। ਮਤਲਬ ਕਿ ਐਲੀਮੀਨੇਸ਼ਨ ਮੈਥਡ ਸਭ ਤੋਂ ਵਧੀਆ ਤਰੀਕਾ ਹੈਗਾ ਕਿ ਜਿਹਦੇ ਨਾਲ ਆਪਾਂ ਇਹ ਸ਼ੋਰ ਹੁੰਨੇ ਆ ਕਿ ਸਾਡਾ ਆਨਸਰ ਇਹ ਨਹੀਂ ਹੈਗਾ ਤਾਂ ਡੈਫੀਨਿਟਲੀ ਜਿਹੜਾ ਆਨਸਰ ਹੋਏਗਾ ਤਾਂ ਤੁਹਾਡੇ ਦਿਮਾਗ 'ਚ ਬਿਲਕੁਲ ਹਿੱਟ ਕਰੇਗਾ ਵੀ ਹਾਂ ਆਨਸਰ ਇਹ ਹੈਗਾ।
ਅਨਵਾਂਟਿਡ ਸਾਈਡ ਇਫੈਕਟ ਆਫ ਦਾ ਸਵੈਲਿੰਗ ਐਸਪਿਰਿਨ, ਸਵੈਲਿੰਗ ਹੁੰਦਾ ਨਿਗਲਣਾ ਜਾਂ ਖਾਣਾ, ਇਹਦੀ ਕੋਈ ਟਾਕ ਨਹੀਂ ਕੀਤੀ ਆਪਾਂ ਨੇ। ਡਿਸਕਵਰੀ ਐਂਡ ਡਿਵੈਲਪਮੈਂਟ, ਤਾਂ ਡੈਫੀਨੇਟਲੀ ਇੱਕ ਸਾਈਡ ਤੇ ਮੈਂ ਇਹ ਆਨਸਰ ਨੂੰ ਸ਼ੋਰਿਟੀ ਦਿੰਦਾ, ਪਰ ਚਲੋ ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਬਾਕੀ ਦੇ ਜਿਹੜੇ ਰੈਸਟ ਆਫ ਦਾ ਜਿਹੜੇ ਆਪਣੇ ਰਹਿੰਦੇ ਆ ਹੈਡਿੰਗਸ ਉਹਨਾਂ ਨੂੰ ਰੀਡ ਕਰ ਲੈਣੇ, ਫਿਰ ਆਪਾਂ ਦੇਖਾਂਗੇ ਵੀ ਇਹ ਆਨਸਰ ਹੈ ਜਾਂ ਨਹੀਂ ਹੈ। ਪਰ ਮੈਂ ਤੁਹਾਨੂੰ ਸ਼ੋਰਿਟੀ ਨਹੀਂ ਦਿੰਦਾ ਕਿ ਪਹਿਲਾਂ ਆਪਾਂ ਇਸੇ ਆਨਸਰ ਨੂੰ ਮੰਨ ਲਈਏ, ਆਪਾਂ ਬਾਕੀ ਦੇ ਆਨਸਰਸ ਨੂੰ ਦੇਖਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਨੂੰ ਕਲੀਅਰ ਹੋਏਗਾ ਕਿ ਐਕੂਰੇਟ ਆਨਸਰ ਹੈ ਵੀ ਜਾਂ ਨਹੀਂ। ਚਲੋ ਆਪਾਂ 8th ਦੇਖਦੇ ਹਾਂ, appropriate and inappropriate long term uses, ਕੋਈ ਟਾਕ ਨਹੀਂ ਕੀਤੀ ਇਸ ਚੀਜ਼ ਦੀ। external uses no talk, benefit for plant life ਬਿਲਕੁਲ ਗੱਲ ਨਹੀਂ ਕਰੀ, remedy for sick children ਦੀ ਕੋਈ ਵੀ ਗੱਲ ਨਹੀਂ ਕਰੀ। ਤਾਂ ਡੈਫੀਨੇਟਲੀ ਆਪਣੇ ਕੋਲੇ ਐਕੂਰੇਟ ਜਿਹੜਾ ਆਨਸਰ ਆ ਗਿਆ ਉਹ ਆ ਗਿਆ 7th ਆਨਸਰ ਕੀ ਹੈ, ਡਿਸਕਵਰੀ ਐਂਡ ਡਿਵੈਲਪਮੈਂਟ। ਪੂਰਾ ਪੈਰਾ ਓਵਰਆਲ ਪੜਨ ਤੋਂ ਬਾਅਦ ਆਪਾਂ ਨੂੰ ਉਹਦੀ ਡਿਸਕਵਰੀ ਕੀ ਪਤਾ ਲੱਗੀ ਕਿ 5th ਸੈਂਚੁਰੀ 'ਚ ਮਿਲਿਆ, ਤੇ ਜਿਹੜਾ ਇਹਨੂੰ ਫਿਜ਼ੀਸ਼ੀਅਨ ਨੇ ਲੱਭਿਆ ਉਸ ਉਹਦੀ ਡਿਵੈਲਪਮੈਂਟ ਕੀ ਲੱਭੀ, ਇਹ ਵਿਲੋ ਬਾਰਕ ਸੀਗਾ। ਉਸ ਤੋਂ ਬਾਅਦ ਆਪਾਂ ਨੂੰ ਸੈਲੀਕਨ ਲੱਭ ਗਿਆ ਇਹ, ਉਸ ਤੋਂ ਬਾਅਦ ਬੱਚੇ ਆਪਾਂ ਨੂੰ ਇਹ ਇੱਕ ਕੈਮੀਕਲ ਦੇ ਰੂਪ 'ਚ ਵੀ ਮਿਲ ਗਿਆ, ਉਸ ਵੇਲੇ ਟੈਬਲੇਟ ਦੇ ਰੂਪ 'ਚ ਵੀ ਮਿਲ ਗਿਆ। ਮਤਲਬ ਕਿ ਇਹ ਸਾਰਾ ਸੀਗਾ ਇਹਦੀ ਡਿਵੈਲਪਮੈਂਟ ਸੀ। ਲਿਸਟ ਆਫ ਹੈਡਿੰਗ ਬਹੁਤ ਆਸਾਨ ਹੁੰਦੇ ਨੇ, ਇੱਕ ਟ੍ਰੇਨਰ ਦੇ ਪੜਾਉਣ ਦਾ ਤਰੀਕਾ ਆਪਾਂ ਨੂੰ ਚਾਹੀਦਾ ਹੁੰਦਾ ਹੈਗਾ। ਮਤਲਬ ਕਿ ਆਪਾਂ ਪੂਰਾ ਪੈਰਾ ਪੜ੍ਹਨਾ ਹੈ, ਉਹਦਾ ਓਵਰਆਲ ਕੱਢਣਾ ਹੈ, ਤੇ ਉੱਥੇ ਜਾ ਕੇ ਲਿਸਟ ਆਫ ਹੈਡਿੰਗ ਤੇ ਜਾ ਕੇ ਆਪਾਂ ਇਹ ਨਹੀਂ ਦੇਖਣਾ ਕਿ ਇਹਦਾ ਆਨਸਰ ਇਹੀ ਹੈ, ਬਲਕਿ ਆਪਾਂ ਇਹ ਚੈੱਕ ਕਰਾਂਗੇ ਕਿ ਇਹਦਾ ਆਨਸਰ ਇਹ ਨਹੀਂ ਹੈਗਾ। ਤੁਸੀਂ ਮੈਨੂੰ ਬਿਲਕੁਲ ਇਸ ਤਰੀਕੇ ਨਾਲ ਫੋਲੋ ਕਰਿਓ, ਚਾਹੇ ਲਿਸਟ ਆਫ ਹੈਡਿੰਗ ਜਿੰਨੇ ਮਰਜ਼ੀ ਟਫ ਹੋਣ, ਤੁਸੀਂ ਇਹ ਟ੍ਰਿਕ ਨੂੰ ਅਪਣਾ ਕੇ ਦੇਖਿਓ। ਹਾਂ, ਮੇਨ ਚੀਜ਼ ਹੈ ਕਿ ਤੁਹਾਨੂੰ ਟ੍ਰਾਂਸਲੇਸ਼ਨ ਆਉਣੀ ਚਾਹੀਦੀ ਹੈ, ਤਾਂ ਹੀ ਤੁਸੀਂ ਕੈਪੇਬਲ ਹੋਵੋਗੇ ਇਸ ਨੂੰ ਅੱਛੇ ਤਰੀਕੇ ਨਾਲ ਕਰਨ ਦੇ ਲਈ। ਸੋ ਇਹ ਆਪਾਂ ਪੈਰਾਗ੍ਰਾਫ A ਹੈ ਜਿਹੜਾ ਉਹ ਰੀਡ ਆਊਟ ਕਰ ਲਿਆ, ਤੇ ਹੁਣ ਆਪਾਂ ਟਰਨ ਕਰਦੇ ਹਾਂ ਤੁਹਾਡੀ ਸਕਰੀਨ ਦੇ ਉੱਤੇ ਪੈਰਾਗ੍ਰਾਫ B। ਤੇ ਇਹ ਇੱਕ ਬੜੀ ਪ੍ਰੋਬਲਮ ਹੁੰਦੀ ਹੈ ਕਿ ਕਈ ਪੈਰਾਗ੍ਰਾਫ ਬਹੁਤ ਲੈਂਥੀ ਹੁੰਦੇ ਆ ਤੇ ਬਈ ਬਹੁਤ ਛੋਟੇ ਹੁੰਦੇ ਆ, ਪਰ ਆਪਾਂ ਸਾਰੇ ਰੀਡ ਆਊਟ ਤਾਂ ਕਰਨੇ ਹੁੰਦੇ ਆ। ਇਹਦੇ ਵਿੱਚ ਕਈ ਇਨਫੋਰਮੇਸ਼ਨਸ ਨੇ ਜਿਹੜੀਆਂ ਉਹ ਬੜੀਆਂ ਡਿਫਰੈਂਟ ਕਾਈਂਡਸ ਦੀਆਂ ਦਿੱਤੀਆਂ ਹੁੰਦੀਆਂ ਨੇ, ਤੇ ਜਿਹਦੇ ਨਾਲ ਕੀ ਹੁੰਦਾ ਹੈ ਕੋਈ ਬੱਚਾ ਕਨਫਿਊਜ਼ ਵੀ ਹੋ ਜਾਂਦਾ ਹੈ। ਚਲੋ ਲੈਟਸ ਟਾਕ ਅਬਾਊਟ ਪੈਰਾਗ੍ਰਾਫ B, ਤੇ ਤੁਹਾਡੀ ਸਕਰੀਨ ਦੇ ਉੱਤੇ ਤੁਹਾਨੂੰ ਸ਼ੋ ਹੋ ਰਿਹਾ। Although salicylic acid is still used most widely in over-the-counter painkiller tablets, over the years of the application have broadened considerably। ਮਤਲਬ ਇਹ ਕਹਿਣਾ ਚਾਹ ਰਿਹਾ ਕਿ ਜਿਹੜਾ ਸੈਲਿਕ ਐਸਿਡ ਸੀਗਾ, ਇਹਦਾ ਜਿਹੜਾ ਪਹਿਲਾਂ ਯੂਜ਼ ਸੀਗਾ ਉਹ ਇੱਕ ਪੇਨ ਕਿਲਰ ਦੇ ਰੂਪ ਸੀਗਾ, ਪਰ ਉਸ ਤੋਂ ਬਾਅਦ ਇਹਦਾ ਜਿਹੜਾ ਯੂਜ਼ ਹੋ ਗਿਆ ਉਹ ਬੜੀਆਂ ਤਰ੍ਹਾਂ ਦੀਆਂ ਚੀਜ਼ਾਂ 'ਚ ਆ ਗਿਆ, ਕੰਸੀਡਰੇਬਲੀ ਇਹ ਵਾਈਡਨਡ ਹੋ ਗਿਆ, ਤੇ ਹੋਰ ਬਹੁਤ ਚੀਜ਼ਾਂ 'ਚ ਇਹਦਾ ਯੂਜ਼ ਹੋਣਾ ਸ਼ੁਰੂ ਹੋ ਗਿਆ। ਇਨ ਦ ਫੀਲਡ ਆਫ ਡਰਮਾਟੋਲੋਜੀ ਜਿਹੜਾ ਵਰਡ ਹੈ ਦੈਟ ਇਜ਼ ਕਾਲਡ ਅ ਸਕਿਨ ਦੀ ਜਿਹੜੀ ਸਟੱਡੀ ਹੁੰਦੀ ਆ ਦੈਟਸ ਕਾਲਡ ਅ ਡਰਮਾਟੋਲੋਜੀ। ਫॉर इंस्टेंस एग्जांपल दी है, salicylic acid in the form of skin cream is lauded for its function as exfoliator, brightening and enhancing the complexion। मतलब सारी लाइन ये कहना चाह रही है कि ਜਿਹੜਾ ਇਹਦੀ ਐਗਜ਼ਾਮਪਲ ਦਿੱਤੀ ਹੈ ਸੈਲਿਕ ਐਸਿਡ ਦੀ ਐਗਜ਼ਾਮਪਲ ਦੇ ਰਹੀ ਹੈਗੀ ਕਿ ਇਹ ਇੱਕ ਸਕਿਨ ਦੇ ਕਰੀਮ ਦੇ ਰੂਪ 'ਚ ਜੇ ਆਪਾਂ ਇਹਨੂੰ ਯੂਜ਼ ਕਰਦੇ ਹੈਗੇ ਤਾਂ ਇਹ ਸਕਿਨ ਨੂੰ ਬ੍ਰਾਈਟ ਵੀ ਕਰਦੀ ਆ, ਇਹਨੂੰ ਗੋਰਾ ਵੀ ਕਰਦੀ ਆ, ਈਵਨ ਐਨਹੈਂਸ ਕਰਦੀ ਹੈ ਇਹਦੇ ਕੰਪਲੈਕਸ਼ਨ ਨੂੰ। ਕਈ ਵਾਰ ਕੀ ਹੁੰਦਾ ਡਾਰਕ ਕੰਪਲੈਕਸ਼ਨ ਹੁੰਦਾ ਤਾਂ ਇਹਨੂੰ ਐਨਹੈਂਸ ਕਰਦੀ ਹੈ, ਇਹਨੂੰ ਬਹੁਤ ਸਾਫ਼ ਸੁਥਰਾ ਬਣਾਉਂਦੀ ਹੈ, ਜਿਹੜਾ ਕਲਰ ਕੰਪਲੈਕਸ਼ਨ ਹੈ ਉਹਨੂੰ ਵਧੀਆ ਬਣਾਉਣਾ ਸ਼ੁਰੂ ਕਰਦੀ ਹੈ। Because it softens and dissolves the keratin, a kind of a glue in the skin's structure, salicylic acid able to treat many conditions in which the skin has suffered from an excessive accumulation or clogging of skin cells। ਜੇ ਸੈਲਿਕ ਐਸਿਡ ਦੀ ਜਿਹੜੀ ਕਰੀਮ ਬਣੀ ਹੋਈ ਆ ਜੇ ਇਹਨੂੰ ਸਕਿਨ ਦੇ ਉੱਤੇ ਅਪਲਾਈ ਕਰਦੇ ਆ ਤਾਂ ਇਹਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਹੁੰਦਾ ਹੈਗਾ ਉਹ ਕਲੌਗਿੰਗ ਸਕਿਨਸ। ਕਈ ਵਾਰ ਜਿਹੜੇ ਸਕਿਨ ਦੇ ਅੰਦਰ ਸੈੱਲ ਹੁੰਦੇ ਆ ਉਹਨਾਂ ਦੇ ਮੂੰਹ ਬੰਦ ਹੋ ਜਾਂਦੇ ਆ ਤੇ ਜਿਹਦੇ ਨਾਲ ਜਿਹੜੀ ਸਕਿਨ ਹੈ ਉਹ ਬਿਲਕੁਲ ਡਲ ਹੋ ਜਾਂਦੀ ਹੈ। ਇਹ ਕਰੀਮ ਨੂੰ ਸਕਿਨ ਦੇ ਉੱਤੇ ਅਪਲਾਈ ਕਰਨ ਦੇ ਨਾਲ ਇਹ ਕਲੌਗਿੰਗ ਸੈੱਲ ਨੇ ਜਿਹੜੇ ਇਹ ਵੀ ਸਹੀ ਹੋ ਜਾਂਦੇ ਹੈਗੇ। These conditions include dermatitis, psoriasis and folliculitis, all of which have proved remarkably resistant to other treatments। As a further benefit, salicylic acid also anti-inflammatory properties and as a result can soothe troubled skin where other medicine often tend to exacerbate the problem। To be very honest, ਹੁਣ ਸਾਰੇ ਪੈਰੇ ਦੇ ਵਿੱਚ ਨਾ ਇੱਕ ਨੌਲੇਜ ਦੀ ਗੱਲ ਕਰ ਰਹੇਗਾ ਕਿ ਇਹ ਇੱਕ ਕਰੀਮ ਦੇ ਰੂਪ 'ਚ ਵਰਤਿਆ ਜਾਂਦਾ ਹੈਗਾ ਤੇ ਕਰੀਮ ਦੇ ਰੂਪ 'ਚ ਵਰਤਣ ਦੇ ਨਾਲ ਸਕਿਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਪ੍ਰੋਬਲਮਸ ਨੇ ਉਹ ਦੂਰ ਕਰਦੀ ਹੈ। ਹਮੇਸ਼ਾ ਇੱਕ ਗੱਲ ਨੂੰ ਆਪਣੇ ਦਿਮਾਗ 'ਚ ਰੱਖਿਓ, ਰੀਡਿੰਗ ਤੁਹਾਡੀ ਇਹ ਨੌਲੇਜ ਨਹੀਂ ਚੈੱਕ ਕਰਦੇ, ਤੁਹਾਨੂੰ ਵੀ ਕੱਲੇ ਵਰਡ ਦਾ ਮੀਨਿੰਗ ਇਹ ਨਹੀਂ ਚੈੱਕ ਕਰਦੇ ਕਿ ਤੁਹਾਨੂੰ ਹਰੇਕ ਵੋਕੈਬਲਰੀ ਦਾ ਮੀਨਿੰਗ ਪਤਾ ਹੋਵੇ।
ਇੱਕ ਮੈਨ ਹੈ, ਉਹ ਮਸ਼ੀਨ ਥੋੜੀ ਹੈਗੀ ਕਿ ਸਾਰੇ ਵਰਡਸ ਉਹਨੂੰ ਆਉਂਦੇ ਹੋਣੇ ਆ। ਤਾਂ ਡੈਫੀਨੇਟਲੀ ਇੱਕ ਪੈਰੇ ਨੂੰ ਪੜ੍ਹਨ ਤੋਂ ਬਾਅਦ ਉਹਦਾ ਓਵਰਆਲ ਜਿਹੜਾ ਸਟਰਕਚਰ, ਜਿਹੜਾ ਕਨਕਲੂਜਨ ਨਿਕਲਦਾ ਹੈਗਾ, ਉਹ ਲਿਸਟ ਆਫ ਹੈਡਿੰਗ ਹੁੰਦਾ ਹੈ। ਇਹ ਸਾਰੇ ਪੈਰੇ ਨੂੰ ਪੜ੍ਹਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਪਹਿਲਾਂ ਪੇਨ ਕਿਲਰ ਦੇ ਰੂਪ 'ਚ ਯੂਜ਼ ਹੁੰਦਾ ਸੀ, ਠੀਕ ਹੈ। ਉਸ ਤੋਂ ਬਾਅਦ ਇਹਦਾ ਯੂਜ਼ ਹੈ ਜਿਹੜਾ ਉਹ ਕਰੀਮ ਦੇ ਰੂਪ 'ਚ ਹੋਣਾ ਯੂਜ਼ ਹੋ ਗਿਆ। ਜਦੋਂ ਕਰੀਮ ਨੂੰ ਸਕਿਨ ਦੇ ਉੱਤੇ ਅਪਲਾਈ ਕਰਦੇ ਸੀ ਤਾਂ ਡਿਫਰੈਂਟ ਕਾਈਂਡਸ ਜਿਹੜੀਆਂ ਪ੍ਰੋਬਲਮ ਸੀ, ਸਕਿਨ ਨਾਲ ਜੁੜੀਆਂ ਪ੍ਰੋਬਲਮ ਸੀ, ਉਹ ਸਾਰੀਆਂ ਪ੍ਰੋਬਲਮਸ ਇਹ ਠੀਕ ਕਰਦਾ ਸੀ। ਕੀ ਠੀਕ ਕਰਦਾ ਸੀ? ਸੈਲਿਸਿਲਿਕ ਐਸਿਡ। ਦੈਟਸ ਆਲ। ਇਸ ਤੋਂ ਬਾਅਦ ਕੀ ਕੁਛ ਨਹੀਂ ਹੈਗਾ। ਪੈਰਾਗ੍ਰਾਫ 'ਚ ਨੌਲੇਜ ਨਹੀਂ ਚੈੱਕ ਕਰੀ ਜਾਂਦੀ, ਇਹ 'ਚ ਇਹ ਚੈੱਕ ਕੀਤਾ ਜਾਂਦਾ ਕਿ ਤੁਸੀਂ ਟ੍ਰਾਂਸਲੇਟ ਕਰਕੇ ਇਹਦਾ ਓਵਰਆਲ ਕੱਢੋ ਤੇ ਉੱਥੇ ਜਾ ਕੇ ਮੈਚ ਕਰੋ। ਚਲੋ ਆਪਾਂ ਲਿਸਟ ਆਫ ਹੈਡਿੰਗ ਨਾਲ ਮੈਚ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਅਵੇਲੇਬਿਲਿਟੀ ਟੂ ਦਾ ਪਬਲਿਕ। ਸਾਰੇ ਪੈਰੇ ਦੇ ਵਿੱਚ ਕੋਈ ਪਬਲਿਕ ਦੀ ਟਾਕ ਨਹੀਂ ਕੀਤੀ। ਯੂਜ਼ ਐਜ਼ ਅ ਡਾਈਜੈਸਟਿਵ ਏਡ। ਕੋਈ ਡਾਈਜੈਸਟਿਵ ਹੁੰਦੀਆਂ ਨੇ ਜਿਹੜੀਆਂ ਪੇਟ ਨਾਲ ਜੁੜੀਆਂ ਸਾਰੀਆਂ ਹੁੰਦੀਆਂ ਨੇ, ਉਹਦੇ ਨਾਲ ਕੋਈ ਟਾਕ ਨਹੀਂ ਕੀਤੀ। ਰਿਸਕ ਆਫ ਐਪਲੀਕੇਸ਼ਨ ਟੂ ਦਾ ਸਕਿਨ। ਹਾਂ, ਸਕਿਨ ਦਾ ਹੈਗਾ ਪਰ ਇਹਦਾ ਰਿਸਕ ਦੀ ਕੋਈ ਵੀ ਟਾਕ ਨਹੀਂ ਕੀਤੀ ਹੈਗੀ। ਐਡੀਬਲ ਸੋਰਸਿਸ। ਡੈਫੀਨੇਟਲੀ ਬਿਲਕੁਲ ਆਨਸਰ ਨਹੀਂ ਹੋ ਸਕਦਾ। ਐਡੀਬਲ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਖਾਣ ਵਾਲੀਆਂ ਹੁੰਦੀਆਂ ਨੇ। ਅਰਲੀ ਪਪੂਲੈਰਿਟੀ ਇਨ ਯੂਰਪ। ਕਿਤੇ ਇੱਕ ਜਗ੍ਹਾ ਤੇ ਵੀ ਟਾਕ ਨਹੀਂ ਹੋਇਆ ਇਹਦਾ। ਅਨਵਾਂਟਿਡ ਸਾਈਡ ਇਫੈਕਟਸ ਆਫ ਸਵੈਲਿੰਗ ਐਸਪ੍ਰਿਨ। ਸਵੈਲੋ ਵਰਡ ਹੈ ਖਾਣਾ, ਨਿਗਲਣਾ, ਮਤਲਬ ਕਿ ਦਵਾਈ ਨੂੰ ਖਾਣ ਦੇ ਕੋਈ ਅਨਵਾਂਟਿਡ ਸਾਈਡ ਇਫੈਕਟ ਬਿਲਕੁਲ ਵੀ ਟਾਕ ਨਹੀਂ ਹੈਗੀ। ਡਿਸਕਵਰੀ ਐਂਡ ਡਿਵੈਲਪਮੈਂਟ। ਇਹ ਪੁਆਇੰਟ ਨੂੰ ਤੁਸੀਂ ਬਿਲਕੁਲ ਕੱਟ ਦਿਓ ਕਿਉਂਕਿ ਹਰ ਵਾਰ ਆਪਾਂ ਰੀਡ ਕਰਾਂਗੇ ਤੇ ਆਪਣਾ ਟਾਈਮ ਵੇਸਟ ਨਹੀਂ ਹੋਏਗਾ। ਐਪਰੋਪਰੀਏਟ ਐਂਡ ਇਨਐਪਰੋਪਰੀਏਟ ਲੌਂਗ ਟਰਮ ਯੂਜ਼। ਬਿਲਕੁਲ ਵੀ ਨਹੀਂ ਹੈਗੀ ਟਾਕ ਇਹਦੀ। ਡੈਫੀਨੇਟਲੀ ਐਕਸਟਰਨਲ ਯੂਜ਼ ਆਫ ਸੈਲਿਸਿਲਿਕ ਐਸਿਡ। ਡੈਫੀਨੇਟਲੀ ਦਿਸ ਇਜ਼ ਦਾ ਰਾਈਟ ਆਨਸਰ। ਆਪਾਂ ਇੱਕ ਵਾਰ ਇਦਾਂ ਕਰਦੇ ਹਾਂ, 10th ਤੇ 11th ਨੂੰ ਵੀ ਪੜ੍ਹ ਲੈਂਦੇ ਹਾਂ। ਬੈਨੀਫਿਟਸ ਫॉर ਪਲਾਂਟ ਲਾਈਫ। ਕੋਈ ਪਲਾਂਟ ਲਾਈਫ ਦਾ ਬਿਲਕੁਲ ਟਾਕ ਨਹੀਂ ਹੈਗਾ। ਤੇ ਲਾਸਟ ਆ ਰੈਮੇਡੀ ਫॉर ਸਿਕ ਚਿਲਡਰਨ। ਸਿਕ ਚਿਲਡਰਨ ਦੀ ਵੀ ਕੋਈ ਗੱਲ ਨਹੀਂ ਹੈਗੀ। ਆਪਣੇ ਕੋਲ ਕਿਹੜਾ ਆਨਸਰ ਬਚਿਆ? 9th ਐਕਸਟਰਨਲ ਯੂਜ਼ ਆਫ ਸੈਲਿਸਿਲਿਕ ਐਸਿਡ। ਹੁਣ ਤੁਸੀਂ ਕਹੋਗੇ ਵੀ ਸਰ ਇਹ ਆਨਸਰ ਕਿਵੇਂ ਹੈਗਾ? ਤਾਂ ਡੈਫੀਨੇਟਲੀ ਸਾਰੇ ਆਨਸਰ 'ਚ ਟਾਕ ਕਿਹਦੀ ਹੋ ਰਹੀ ਸੀ? ਕਰੀਮ ਦੀ। ਕਰੀਮ ਨੂੰ ਕਿੱਥੇ ਅਪਲਾਈ ਕਰਨੀ? ਸਕਿਨ ਦੇ ਉੱਤੇ। ਹੁਣ ਐਕਸਟਰਨਲ ਯੂਜ਼ ਕਿਹੜਾ ਹੁੰਦਾ ਹੈ? ਜਿਹੜਾ ਆਪਾਂ ਬਾਹਰੀ ਯੂਜ਼ ਕਰਦੇ ਹਾਂ। ਤਾਂ ਜਿਹੜੀ ਕਰੀਮ ਹੈ ਓਬਵੀਅਸਲੀ ਉਹ ਆਪਾਂ ਆਪਣੀ ਸਕਿਨ ਦੇ ਉੱਤੇ ਬਾਹਰੀ ਯੂਜ਼ ਕਰਾਂਗੇ। ਤਾਂ ਡੈਫੀਨੇਟਲੀ ਇਹਦਾ ਆਨਸਰ 9th ਹੈ। ਤੁਸੀਂ ਬਾਕੀ ਕਿਸੇ ਨਾਲ ਵੀ ਮੈਚ ਕਰਕੇ ਦੇਖ ਲਓ, ਇਹਦਾ ਆਨਸਰ ਤੁਹਾਨੂੰ ਬਿਲਕੁਲ ਵੀ ਕਿਸੇ ਇੱਕ ਨਾਲ ਵੀ ਮੈਚ ਕਰਦਾ ਨਹੀਂ ਮਿਲੇਗਾ। ਤਾਂ ਆਪਣੇ ਕੋਲੇ 7th ਤੇ 9th ਇਹ ਬਿਲਕੁਲ ਦੋਨੇ ਆਨਸਰਸ ਨੂੰ ਕੱਟ ਦਿਓ ਤਾਂ ਜੋ ਆਪਾਂ ਆਉਣ ਵਾਲੇ ਜਿਹੜੇ ਬਾਕੀ ਪੈਰਾਗ੍ਰਾਫ ਨੇ ਉਹਨਾਂ ਨੂੰ ਰੀਡ ਕਰਾਂਗੇ ਤੇ ਆਪਾਂ ਉਹਦੇ ਵਿੱਚ ਕਨਫਿਊਜ਼ ਨਹੀਂ ਹੋਵਾਂਗੇ। ਸੋ ਆਪਾਂ ਹੁਣ ਰੀਡ ਕਰਾਂਗੇ ਪੈਰਾਗ੍ਰਾਫ ਸੀ। ਤੇ ਪੈਰਾਗ੍ਰਾਫ ਰੀਡ ਕਰਨ ਤੋਂ ਪਹਿਲਾਂ ਮੈਂ ਬਹੁਤ ਬੱਚਿਆਂ ਨੂੰ ਇਹ ਲੱਗਦਾ ਹੋਵੇਗਾ ਕਿ ਜਿਵੇਂ ਇਹ ਮੈਥਡ ਮੈਂ ਯੂਜ਼ ਕਰ ਰਿਹਾ ਇਹ ਟਾਈਮ ਕੰਜ਼ੰਪਸ਼ਨ ਬਹੁਤ ਜ਼ਿਆਦਾ ਕਰਦਾ ਹੈ। ਇਹ ਜਸਟ ਮੈਂ ਟੀਚਿੰਗ ਕਰ ਰਿਹਾ ਤੇ ਮੈਂ ਬੜੇ ਆਰਾਮ ਨਾਲ ਪੜ੍ਹਾ ਰਿਹਾ ਤੁਹਾਨੂੰ, ਤਾਂ ਕਰਕੇ ਟਾਈਮ ਕੰਜ਼ੰਪਸ਼ਨ ਕਰਦਾ ਹੈ। ਇਹਦਾ ਸਭ ਤੋਂ ਵੱਡਾ ਰੀਜ਼ਨ ਇਹ ਵੀ ਹੈ ਕਿ ਮੈਂ ਸਭ ਤੋਂ ਪਹਿਲਾਂ ਇੰਗਲਿਸ਼ ਦੀ ਇੱਕ ਲਾਈਨ ਬੋਲਦਾ, ਉਸ ਵਾਰ ਮੈਨੂੰ ਟ੍ਰਾਂਸਲੇਟ ਆਪਣੀ ਮਦਰ ਟੰਗ 'ਚ ਕਰਨਾ, ਤੇ ਦਿਸ ਇਜ਼ ਦਾ ਮੇਨ ਰੀਜ਼ਨ ਇਹ ਟਾਈਮ ਲੱਗ ਰਹੇਗਾ। ਅਦਰਵਾਈਜ਼ ਜਦੋਂ ਤੁਸੀਂ ਇਹਨੂੰ ਪੜ੍ਹੋਗੇ ਤਾਂ ਡੈਫੀਨੇਟਲੀ ਜਿਹੜੀ ਟ੍ਰਾਂਸਲੇਸ਼ਨ ਹੈ ਉਹ ਤੁਹਾਡੇ ਮਾਈਂਡ 'ਚ ਹੋਣੀ ਚਾਹੀਦੀ ਹੈ। ਤੁਹਾਨੂੰ ਇੱਕ ਵਾਰ ਇੰਗਲਿਸ਼ ਪੜ੍ਹ ਕੇ ਤੁਸੀਂ ਉਹਨੂੰ ਦੁਬਾਰੇ ਥੋੜ੍ਹੀ ਨਾ ਰਿਪੀਟ ਕਰਨਾ ਹੈਗਾ। ਤਾਂ ਇਹ ਮੈਥਡ ਤੁਹਾਡੇ ਲਈ ਸਭ ਤੋਂ ਵਧੀਆ ਰਹੇਗਾ ਕਿ ਇਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਸਕੋਰ ਵੀ ਬਹੁਤ ਅੱਛਾ ਆਏਗਾ। ਤੇ ਅਸਲ ਚੀਜ਼ ਇਹ ਹੈ ਕਿ ਜਿਹੜੇ ਵੀ ਆਨਸਰ ਆਪਾਂ ਫਾਈਂਡ ਆਊਟ ਕਰਾਂਗੇ ਉਹ 'ਚ ਐਕੂਰੇਸੀ ਤੇ ਪੂਰਾ ਕਲੈਰਿਟੀ ਹੋਏਗੀ ਵੀ ਹਾਂ ਅਸੀਂ ਇਸ ਆਨਸਰ ਦੀ ਸ਼ੋਰਿਟੀ ਹੈ, ਉਹ ਆਨਸਰ ਗਲਤ ਨਹੀਂ ਹੋਏਗਾ। ਚਲੋ ਆਪਾਂ ਵਿਦਆਊਟ ਵੇਸਟਿੰਗ ਅ ਟਾਈਮ ਆਪਾਂ ਪੈਰਾਗ੍ਰਾਫ ਸੀ ਰੀਡ ਕਰਦੇ ਹਾਂ। Although it has a reputation as a gentle chemical compared to harsher alternatives, ਕਹਿੰਦਾ ਵੀ ਬਹੁਤ ਜਿਹੜੇ ਹੋਰ ਨੇ ਨਾ, ਮਤਲਬ ਜਿਹੜੇ ਹੋਰ ਇਹਦੇ ਸੈਲਿਕ ਐਸਿਡ ਤੋਂ ਦੂਜੇ ਕੈਮੀਕਲਸ ਨੇ ਨਾ ਉਹ ਹਾਰਸ਼ਰ ਨੇਗੇ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਇਹਦੀ ਰੈਪੂਟੇਸ਼ਨ ਹੈ ਉਹ ਜੈਂਟਲ ਹੈ। ਇਹ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਨ ਹਾਈ concentrations and in some circumstances salicylic acid creams can prove harmful। ਮਤਲਬ ਕਿ ਆਪਾਂ ਨੂੰ ਜਿਹੜਾ ਮੇਨ ਵਰਡ ਮਿਲ ਗਿਆ ਹਾਰਮਫੁਲ ਸਮਝਦੇ ਹੋ ਤੁਸੀਂ, ਨੁਕਸਾਨਦਾਇਕ ਕਹਿ ਸਕਦੇ ਆਪਾਂ ਇਹਨੂੰ। ਐਂਡ ਵੈਰੀ ਓਕੇਸ਼ਨਲੀ ਈਵਨ ਫੈਟਲ। ਤੇ ਕਈ ਵਾਰ ਇਹਦਾ ਮਾੜਾ ਪ੍ਰਭਾਵ ਇੰਨਾ ਵੀ ਪੈ ਜਾਂਦਾ ਕਿ ਕਿਤੇ ਡੈਡਲੀ ਵੀ ਇਹਦਾ ਮਾੜਾ ਪ੍ਰਭਾਵ, ਕਿ ਮੌਤ ਤੱਕ ਵੀ ਇਹਦਾ ਮਾੜਾ ਪ੍ਰਭਾਵ ਪੈ ਸਕਦਾ ਹੈ। ਹਾਈਲੀ ਕੰਸਨਟ੍ਰੇਟਡ ਸੈਲਿਸਿਲਿਕ ਐਸਿਡ particularly concentrations used for wart, corn or callus removal। ਇਹਦਾ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਯੂਜ਼ ਹੈਗਾ, ਜਿਵੇਂ ਆਪਣੇ ਭੌਰੀਆਂ ਹੁੰਦੀਆਂ ਨੇ, ਮੌਕੇ ਹੁੰਦੇ ਨੇ, ਇਹ ਉਹਨੂੰ ਰਿਮੂਵ ਕਰਨ ਦੇ ਲਈ ਵੀ ਯੂਜ਼ ਕੀਤਾ ਜਾਂਦਾ ਹੈ। ਕੈਨ ਕਾਜ਼ ਕੈਮੀਕਲ ਬਰਨ ਇਫ ਅਪਲਾਈਡ ਟੂ ਸਕਿਨ ਫॉर ਅ ਲੌਂਗ ਪੀਰੀਅਡਸ ਆਫ ਟਾਈਮ। ਪਰ ਜੇ ਇਹਨੂੰ ਬਹੁਤ ਜ਼ਿਆਦਾ ਲੰਬੇ ਪੀਰੀਅਡ ਦੇ ਲਈ ਸਕਿਨ ਦੇ ਉੱਤੇ ਵੀ ਆਪਾਂ ਆਪਣੇ ਲਾ ਕੇ ਰੱਖ ਦਾਂਗੇ ਤਾਂ ਇਹ ਸਕਿਨ ਨੂੰ ਵੀ ਬਰਨ ਕਰ ਸਕਦਾ ਹੈਗਾ। ਹਾਈਪਰ ਪਿਗਮੈਂਟੇਸ਼ਨ, ਅ ਬਲੌਚੀ ਡਿਸਕਲਰੇਸ਼ਨ ਆਫ ਸਕਿਨ ਟੋਨ। ਕਹਿੰਦਾ ਇਹ ਕੀ ਕਰ ਸਕਦਾ? ਸਕਿਨ ਦੇ ਕਲਰ ਨੂੰ ਵੀ ਚੇਂਜ ਕਰ ਸਕਦਾ ਹੈ, ਸਪੌਟੀ ਵੀ ਕਰ ਸਕਦਾ ਹੈ, ਦਾਗ ਵੀ ਪਾ ਸਕਦਾ ਹੈਗਾ। ਤੇ ਮੇ ਆਲਸੋ ਰਿਜ਼ਲਟ ਇਨ ਯੂਜ਼ਰਸ ਹੂ ਹੈਵ ਡਾਰਕਰ ਸਕਿਨ ਐਂਡ ਦੋਜ਼ ਹੂ ਫੋਲੋ।
ਐਪਲੀਕੇਸ਼ਨ ਵਿਦ ਐਕਸੈਸਿਵ ਐਕਸਪੋਜ਼ਰ ਟੂ ਅਲਟਰਾ ਵਾਇਲਟ ਲਾਈਟ, ਜਿਹੜੇ ਜ਼ਿਆਦਾ ਧੁੱਪ 'ਚ ਰਹਿੰਦੇ ਆ ਇਹ ਉਹਨਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈਗਾ, ਜਾਂ ਜਿਹੜੇ ਬੰਦੇ ਦਾ ਡਾਰਕ ਸਕਿਨ ਹੈਗੀ ਇਹ ਉਹਨਾਂ ਨੂੰ, ਮਤਲਬ ਕਿ ਇਹਦੇ 'ਚ ਕੀ ਹੈ, ਇਹਦੇ ਰਿਸਕ ਦੱਸ ਰਹੇਗਾ ਕਿ ਕੀ ਪ੍ਰੋਬਲਮਸ ਨੇਗੀਆਂ ਉਹ ਜਿਹੜੀਆਂ ਆਪਾਂ ਸੈਲਿਕ ਐਸਿਡ ਹੈ ਉਹ ਸਕਿਨ ਦੇ ਉੱਤੇ ਲਿਆ ਸਕਦਾ ਹੈਗਾ। Most over the counter facial lotion are limited to the relatively mild 2 to 3% concentration for this reason। ਇਹੀ ਇੱਕ ਕਾਰਨ ਹੈ ਕਿ ਇਹਦੀ ਜਿਹੜੀ ਮਾਤਰਾ ਹੈਗੀ ਉਹ 2 ਤੋਂ 3% ਇਹਦੇ ਚ ਪਾਈ ਜਾਂਦੇ, ਕਿਉਂਕਿ ਜੇ ਜ਼ਿਆਦਾ ਮਾਤਰਾ ਪਾਈ ਗਈ ਤਾਂ ਇਹ ਕਿਤੇ ਨਾ ਕਿਤੇ ਨੁਕਸਾਨਦਾਇਕ ਵੀ ਹੁੰਦਾ ਹੈ। ਸਾਰਾ ਪੈਰਾ ਪੜਨ ਤੋਂ ਬਾਅਦ ਇਹ ਸਾਰੇ ਪੈਰੇ ਸ਼ੁਰੂ ਚ ਦੱਸਿਆ ਕਿ ਜੈਂਟਲ ਹੈ, ਉਸ ਤੋਂ ਬਾਅਦ ਆਪਾਂ ਨੂੰ ਇਹਦੇ ਰਿਸਕ ਦੱਸੇ, ਰਿਸਕ ਇੰਨੇ ਵੀ ਦੱਸ ਕੇ ਫੈਟਲ ਵੀ ਹੋ ਸਕਦਾ ਹੈਗਾ। ਆਪਾਂ ਨੂੰ ਇਹ ਵੀ ਦੱਸਿਆ ਕਿ ਇਹ ਸਕਿਨ ਨੂੰ ਡਿਸਕਲਰੇਸ਼ਨ ਵੀ ਕਰ ਸਕਦਾ ਹੈ। ਸਾਰੀ ਟਾਕ ਹੈ ਜਿਹੜੀ ਉਹ ਕਿਤੇ ਨਾ ਕਿਤੇ ਰਿਸਕ ਨਾਲ, ਸਕਿਨ ਦੇ ਰਿਸਕ ਨਾਲ ਜੁੜੀ ਹੋਈ ਹੈ। ਲੈਟਸ ਟਾਕ ਅਬਾਊਟ, ਆਪਾਂ ਹੁਣ ਕਰਦੇ ਹਾਂਗੇ ਪੈਰਾਗ੍ਰਾਫ ਤੇ ਜਾਂਦੇ ਹਾਂ ਤੇ ਆਪਾਂ ਨੂੰ ਮੈਚ ਕਰਕੇ ਦੇਖਦੇ ਹਾਂ। ਐਗਜ਼ਾਮਪਲ 11 ਦੇਖਦੇ ਆਪਾਂ, ਅ ਰੈਮੇਡੀ ਫॉर ਸਿਕ ਚਿਲਡਰਨ। ਸਿਕ ਚਿਲਡਰਨ ਦੀ ਕਿਤੇ ਵੀ ਟਾਕ ਨਹੀਂ ਹੈਗੀ। ਵੀ ਆਰ 110% ਸ਼ੋਰ 11th ਆਨਸਰ ਨਹੀਂ ਹੈਗਾ। ਵੀ ਆਰ ਯੂਜ਼ਿੰਗ ਐਲੀਮੀਨੇਸ਼ਨ ਮੈਥਡ। 10th benefits for plant life, ਬਿਲਕੁਲ ਟਾਕ ਨਹੀਂ ਹੈਗੀ। 9th external uses, ਇਹ ਆਪਣਾ ਹੋ ਗਿਆ ਬਿਲकुल। even 8th appropriate and inappropriate long term uses, ਬਿਲकुल ਟਾਕ ਨਹੀਂ ਹੈਗੀ। 7th discovery, ਬਿਲकुल ਹੋ ਗਿਆ ਆਪਣਾ। 6th unwanted side effect of a swelling aspirin। ਹਾਂ, ਬਹੁਤ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਸਰ ਇਹਦਾ ਆਨਸਰ ਇਹ ਹੋ ਸਕਦਾ ਹੈ unwanted side effect, ਪਰ ਮੈਂ ਸ਼ੋਰ ਹਾਂ ਇਹ 'ਚ ਇੱਕ ਵਰਡ ਦਿੱਤਾ ਹੋਇਆ that is called a swelling aspirin। swelling aspirin ਹੁੰਦਾ ਕਿ ਖਾਣ ਨਾਲ, ਪਰ ਇਹਦੇ ਸਾਰੇ ਪੈਰੇ ਦੇ ਵਿੱਚ ਆਪਾਂ ਨੂੰ ਖਾਣ ਦੀ ਕੋਈ ਗੱਲ ਨਹੀਂ ਕੀਤੀ, ਸਕਿਨ ਦੇ ਉੱਤੇ ਅਪਲਾਈ ਕਰਨ ਦੀ ਟਾਕ ਕੀਤੀ ਸੀਗੀ। 5th अर्ली ਪਪੂਲੈਰਿਟੀ ਇਨ ਯੂਰਪ, 110% ਇਹ ਆਨਸਰ ਨਹੀਂ ਹੈਗਾ। ਐਡੀਬਲ ਸੋਰਸਿਸ, ਬਿਲਕੁਲ ਆਪਾਂ ਕਿਹੜਾ ਖਾਦੇ ਹੈਗੇ, ਬਿਲਕੁਲ ਆਨਸਰ ਨਹੀਂ ਹੈਗਾ। 3rd ਰਿਸਕਸ of application to the skin, the accurate right answer ਆਪਣਾ 3rd ਹੈਗਾ, ਕਿਉਂਕਿ ਇਹ ਚ ਆਪਾਂ ਨੂੰ ਕੀ ਦਿੱਤੇ ਆ, ਰਿਸਕ ਦਿੱਤੇ ਆ। ਰਿਸਕ ਬਹੁਤ ਸੀਗੇ, ਫੈਟਲ ਤੱਕ ਦੇ ਸੀਗੇ, ਡਿਸਕਲਰੇਸ਼ਨ ਤੱਕ ਦੇ ਸੀਗੇ ਆਪਾਂ ਨੂੰ, ਹਨਾ। ਤਾਂ ਡੈਫੀਨਿਟਲੀ ਆਪਣਾ ਜਿਹੜਾ ਆਨਸਰ ਹੈ ਉਹ ਆਪਾਂ ਇੱਕ ਵਾਰ 3rd ਨੂੰ ਹਿੱਟ ਕਰਦੇ ਆ। ਬਟ ਉੱਪਰਲੇ ਦੋ ਵੀ ਮੈਂ ਪੜ੍ਹਾ ਦਾਂ। यूज एज अ डाइजेस्टिव एड, बिल्कुल आंसर नहीं है क्योंकि कोई डाइजेस्टिव एड की टॉक नहीं हैगी। इवन अवेलेबिलिटी टू द पब्लिक, डेफिनेटली नॉट। तो सारे 11 चो 11 रीड करने तो बाद अपने को एक्यूरेट राइट आंसर बन गया 3। सो ये मैथड सब तो बेस्ट हैगा। पैराग्राफ पढ़ो, एलिमिनेशन करो तो तुसी 110% सारे लिस्ट ऑफ द हेडिंग ਨੂੰ बहुत अच्छे तरीके ਨਾਲ पढ़ सकते होगे। सो लेट्स टॉक अबाउट पैसेज डी। ਉੱਪਰਲੇ ਪੈਰਾਗ੍ਰਾਫ A, B ਤੇ C ਨੂੰ ਰੀਡ ਕਰਨ ਤੋਂ ਬਾਅਦ ਆਪਾਂ ਨੇ ਉੱਪਰਲੇ ਆਪਣੇ 3 ਹੈਡਿੰਗਸ ਨੂੰ ਵੀ ਕੱਟ ਕਰ ਦਿੱਤਾ ਹੈ ਤੇ ਉਮੀਦ ਕਰਦਾ ਕਿ ਰੀਡਿੰਗ ਇੰਟਰਸਟਿੰਗ ਬਣ ਰਹੀ ਹੋਏਗੀ। ਤੇ ਡੈਫੀਨਿਟਲੀ ਜੇ ਤੁਸੀਂ ਇਸ ਮੈਥਡ ਦੇ ਨਾਲ ਇਹਨੂੰ ਕਰੋਗੇ ਤਾਂ ਨਾਲੇ ਤਾਂ ਤੁਸੀਂ ਬੋਰ ਨਹੀਂ ਹੋਵੋਗੇ, ਤੇ ਦੂਜੀ ਗੱਲ ਬੋਰ ਤਾਂ ਛੱਡੋ ਪਰ ਆਪਾਂ ਨੂੰ ਐਕੂਰੇਟ ਆਨਸਰਸ ਲੱਭਣ ਦੀ ਟ੍ਰਿਕ ਸਿੱਖ ਜਾਓਗੇ। ਤੇ ਇਹ ਟ੍ਰਿਕ ਬਹੁਤ ਰੇਅਰ ਲੋਕਾਂ ਨੂੰ ਪਤਾ ਲੱਗਦੀ ਹੈ ਤੇ ਉਹ ਬਹੁਤ ਰੇਅਰ ਲੋਕ ਹੀ ਸਿੱਖਦੇ ਆ। ਤਾਂ ਮੈਂ ਚਾਹੁੰਦਾ ਕਿ ਜਿਹੜਾ ਵੀ ਇਸ ਵੀਡੀਓ ਨੂੰ ਦੇਖ ਰਿਹਾ ਉਹ ਬੜੇ ਕਨਸੈਂਟਰੇਟ ਨਾਲ ਦੇਖੇ। ਰੀਡਿੰਗ ਸਿੱਖਣ ਤੋਂ ਬਾਅਦ ਤੁਸੀਂ ਕੋਈ ਵੀ ਲਿਸਟ ਆਫ ਹੈਡਿੰਗ ਚੱਕੀਓ, ਸੇਮ ਅਪਲਾਈ ਕਰਿਓ ਜਿਵੇਂ ਮੈਂ ਕਰ ਰਿਹਾ, ਤਾਂ ਡੈਫੀਨਿਟਲੀ 110% ਤੁਹਾਨੂੰ ਆਨਸਰਸ ਲੱਭਣੇ ਸ਼ੁਰੂ ਹੋ ਜਾਣਗੇ। ਬਟ ਸ਼ਰਤ ਇਹ ਹੈ ਕਿ ਤੁਹਾਨੂੰ ਟ੍ਰਾਂਸਲੇਸ਼ਨ ਆਪ ਨੂੰ ਆਉਣੀ ਲਾਜ਼ਮੀ ਹੈ, ਕਿ ਤੁਹਾਨੂੰ ਆਪਣੀ ਮਦਰ ਟੰਗ 'ਚ ਪਤਾ ਲੱਗੇ ਕਿ ਟੌਪਿਕ ਕਿਸ ਬਾਰੇ ਤੇ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਟ੍ਰਾਂਸਲੇਟ ਕਰਦੇ ਹੋ। ਸੋ ਤੁਹਾਡੀ ਸਕਰੀਨ ਦੇ ਉੱਤੇ ਤੁਹਾਨੂੰ ਪੈਰਾਗ੍ਰਾਫ ਡੀ ਸ਼ੋ ਹੋ ਰਿਹਾ ਹੈਗਾ। Salicylic acid also has a number of other less widely known uses। ਇਹਦੇ ਹੋਰ ਵੀ ਜਿਹੜਾ salicylic acid ਹੈ ਇਹਦੇ ਹੋਰ ਵੀ ਬਹੁਤ ਸਾਰੇ uses ਨੇਗੇ। Due to its antimicrobial properties, it is used in the formation of bismuth substrate, the active ingredient in a number of popular remedies for upset stomach। ਕਿੱਡਾ ਮੇਨ ਪੁਆਇੰਟ ਮਿਲਿਆ ਆਪਾਂ ਨੂੰ, upset stomach and other intestinal problem, ਤੇ ਹੋਰ ਵੀ ਪੇਟ ਨਾਲ ਜੁੜੀਆਂ ਹੋਈਆਂ ਪ੍ਰੋਬਲਮ। ਇਹ ਸਾਰੇ ਆਪਾਂ ਨੂੰ ਇਹ ਚੀਜ਼ ਸ਼ੋ ਕਰਨੀ ਚਾਹੁੰਦਾ ਕਿ ਇਹਦੇ ਵਿੱਚ ਇਹੋ ਜਿਹੇ ਐਂਟੀ ਮਾਈਕਰੋਬਲ ਬੈਕਟੀਰੀਆਜ਼ ਨੇ, ਇੰਨੀ ਪ੍ਰੋਪਰਟੀਜ਼ ਇਹਦੀਆਂ ਇਹੋ ਜਿਹੀਆਂ ਨੇ ਕਿ ਇਹ ਅਪਸੈਟ ਸਟਮਕ ਦੇ ਲਈ ਵੀ ਯੂਜ਼ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਨੇ ਪੜ੍ਹਿਆ ਸੀ ਪੇਨ ਕਿਲਰਸ ਦੇ ਲਈ ਪੜ੍ਹਿਆ ਸੀ, ਉਸ ਤੋਂ ਬਾਅਦ ਆਪਾਂ ਨੇ ਪੜ੍ਹਿਆ ਸੀਗਾ ਇਹਨੂੰ ਕਰੀਮ ਦੇ ਰੂਪ 'ਚ ਵੀ ਪੜ੍ਹਿਆ ਸੀ, ਤੇ ਹੁਣ ਇਹ ਇੱਕ ਐਵੇਂ ਦੀ ਮੈਡੀਸਨ ਆ ਗਿਆ ਕਿ ਇਹ ਅਪਸੈਟ ਸਟਮਕ ਨੂੰ ਵੀ ਠੀਕ ਕਰ ਦੇਗਾ। Some evidence suggests that the salicylic acid destroy E. coli bacteria and consequently reduces symptoms of diarrhea and gastrointestinal distress in many sufferers। ਬਿਲਕੁਲ ਪੇਟ ਨਾਲ ਜੁੜੀਆਂ ਸਾਰੀਆਂ ਪ੍ਰੋਬਲਮਸ ਨੂੰ ਇਹ
दूर कर देगा। डायरिया हो गया, जिवें गैस्ट्रोइंटेस्टाइनल हो गया, तो ये सारिया चीज़ों नूं ये प्रॉपरली क्लीयर कर देगा। तो सारे पैरां नूं पढ़न तो बाद आपां नूं पता लग गया कि इहदा जिहड़ा यूज़ है वो अपसैट स्टमक लई भी है, इंटेस्टिनल प्रॉब्लम लई भी है, डायरिया नूं भी ठीक कर देगा, है ना, तो अपनी जिहड़ी पेट 'च गैस हुंदी है उहनूं भी ठीक कर देगा। चलो एक बार आपां फिर आउने अपने लिस्ट ऑफ हेडिंग दे उत्ते मैच करने दे लई, ते इस बार भी आपां इहनूं नीचे तो शुरू करदे हां। 11th रेमेडी फॉर सिक चिल्ड्रन, बिल्कुल भी टॉक नहीं हैगी। बेनिफिट फॉर प्लांट लाइफ, जीरो, बिल्कुल भी नहीं। 9th अपना वी हैव डन। 8th एप्रोप्रिएट एंड इनएप्रोप्रिएट लॉन्ग टर्म यूजेस, बिल्कुल टॉक नहीं हैगा। 6th अपना 7th हो गया डिस्कवरी एंड डेवलपमेंट, बिल्कुल भी नहीं आएगा। अनवांटेड साइड इफेक्ट, नहीं, कोई टॉक नहीं हैगी। अर्ली पॉपुलैरिटी इन यूरोप, नो। एडिबल सोर्सेज, कोई खाण दे सोर्सेज की गल करी होवे, नहीं, ये भी कोई टॉक नहीं हैगी। रिस्क ऑफ एप्लीकेशन टू द स्किन, ये अपना हो गया। यूज एज अ डाइजेस्टिव एड, डाइजेस्टिव एड किहड़ी चीज़ नाल जुड़िया होया, स्टमक नाल जुड़िया होया। डाइजेस्टिव सिस्टम हुंदा अपना वो स्टमक नाल जुड़िया होया, तो डेफिनेटली इनू वरतिया कादे लई जांदा है, डाइजेस्टिव एड लई वरतिया जांदा है। अपने स्टमक नाल जिन्नियां जुड़ियां प्रॉब्लम्स ने ये उहनूं भी ठीक करदा है, डायरिया नूं भी ठीक करदा है, गैस नूं भी ठीक करदा है। तो एक्यूरेट अपना आंसर है जिहड़ा है वो 2 आ गया। तो हमेशा ये भी याद रखियो कि ये जिन्ने भी अपने 1 2 3 4 लिखने आ, ये आपां नूं स्टार्टिंग दे विच रोमन दे विच दिते होए आ। कि तुसीं न्यूमेरिकल नंबर 1 2 दूजी शेप च पा दोगे तो तुसीं बिल्कुल गलत हो जाओगे। जे तुहानूं रोमन च पुछया गया तो डेफिनेटली तुसीं रोमन दे विच ही आंसर नूं उत्थे लिख के आउणेगा। अवेलेबिलिटी टू द पब्लिक बिल्कुल भी नहीं हैगा। तुसीं 110% श्योर हो कि तुहाडा आंसर 2 है। मैं तुहानूं हर एक बच्चे नूं फिर एक बार एक्सप्लेन करना चाहुंदा कि लिस्ट ऑफ हैडिंग बहुत आसान ने। एक बार प्रॉपर हैडिंग नूं रीड करो, उहदा ओवरऑल जिहड़ा निचोड़ है उहनूं कड्डो, हैडिंग ते आ जाओ, प्रॉपर इनू रीड करना शुरू करो, तो एलिमिनेशन मैथड यूज करो कि इसका आंसर ये नहीं हैगा, ये नहीं हैगा, ये नहीं हैगा। पर एक गल याद रखो, सम टाइम बहुत बच्चों को एक प्रॉब्लम आती है कि 2 आंसर्स लगते हैं भी, शायद इसका आंसर 5th भी हो सकता है, शायद इसका आंसर 7th भी हो सकता है। तो मेरी अपनी पर्सनल राय है कि एवें दे टाइम दे विच तुसीं आंसर नूं लाओ ना, क्योंकि जे एक गलत गया तो डेफिनेटली तुहाडे 2 गलत गए। एक दे नाल एक तां डेफिनेटली दूजा शायद ਉਹਦਾ आंसर होर होवे ਤਾਂ 2 गलत जा सकते हैं। सो जिथे भी किते डाउट आ गया आंसर दे विच ਉਹਨੂੰ एक साइड ते रख दो, अगले पैरा ਨੂੰ पढ़ना शुरू कर दो। तो यह सब तो वधिया मैथड हैगा। उम्मीद करदा ਤੁਹਾਨੂੰ A B C D इन्हां चारां 'ਚ कोई प्रॉब्लम नहीं होएगी। सो लेट्स टॉक अबाउट आवर पैराग्राफ E ਤੁਹਾਡੀ ਸਕਰੀਨ ਦੇ ਉੱਤੇ। Salicylic acid in the form of aspirin tablet is commonly used to reduce fever, itches and pains and ਇਨਫਲੇਮੇਸ਼ਨ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸੈਲਿਕ ਐਸਿਡ ਹੈ ਇਹ ਐਸਪਿਰਿਨ ਦੀ ਟੈਬਲੇਟ ਤੇ ਬਲਕਿ ਇੱਕ ਗੋਲੀ ਖਾਣ ਦੇ ਲਈ ਕਾਹਦੇ ਲਈ ਯੂਜ਼ ਕਰਦੇ ਆਪਾਂ, ਰਿਡਿਊਸ ਕਰਦੇ ਕਿਹਨੂੰ ਕਿਹਨੂੰ ਕਰਦੇ ਆ, ਫੀਵਰ ਨੂੰ, ਬੁਖਾਰ ਨੂੰ ਠੀਕ ਕਰ ਦਿੰਦੀ ਹੈ, ਦਰਦਾਂ ਨੂੰ ਠੀਕ ਕਰ ਦਿੰਦੀ ਹੈ, ਕੋਈ ਧੱਫੜ ਪੈ ਜਾਣ ਕੋਈ ਬਾਡੀ ਦੇ ਉੱਤੇ, ਹੈ ਨਾ, ਸਾਰੀਆਂ ਚੀਜ਼ਾਂ ਨੂੰ। ਬਟ ਵੈਨ ਇੰਜੈਸਟਡ, ਜਦੋਂ ਆਪਾਂ ਇਹਨੂੰ ਖਾਇਆ ਜਾਂਦਾ ਹੈ, ਇਟ ਕੈਨ ਕਾਜ਼ ਗੈਸਟ੍ਰੋਇੰਟੇਸਟਾਈਨਲ ਅਲਸਰ, ਸਟਮਕ ਇਰੀਟੇਸ਼ਨ ਔਰ ਬਲੀਡਿੰਗ ਐਂਡ ਅਦਰ ਅਨਡਿਜ਼ਾਇਰੇਬਲ ਸਾਈਡ ਇਫੈਕਟ। ਪਰ ਇਹਨੂੰ ਖਾਣ ਦੇ ਆਪਣੇ ਫਾਇਦੇ ਬਹੁਤ ਨੇ ਕਿ ਜਦੋਂ ਇਹਨੂੰ ਆਪਾਂ ਖਾਂਦੇ ਆ ਫੀਵਰ ਠੀਕ ਹੋ ਜਾਂਦਾ ਹੈਗਾ, ਆਪਣੇ ਹੈ ਨਾ, ਦਰਦ ਠੀਕ ਹੋ ਜਾਂਦਾ, ਬੜੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਨੇ। ਪਰ ਇਹਨੇ ਖਾਣ ਨਾਲ ਕੁਝ ਕੁ ਪ੍ਰੋਬਲਮਸ ਨੇ ਜਿਹੜੀਆਂ ਉਹ ਕ੍ਰੀਏਟ ਹੁੰਦੀਆਂ ਨੇ, ਜਿਵੇਂ ਕਿ ਪੇਟ ਦੇ ਵਿੱਚ ਅਲਸਰ ਹੋ ਗਏ, ਸਟਮਕ 'ਚ ਇਰੀਟੇਸ਼ਨ ਹੋਣ ਲੱਗੀ, ਢਿੱਡ 'ਚ ਇਰੀਟੇਸ਼ਨ ਹੁੰਦੀ ਆ, ਬਲੀਡਿੰਗ ਵੀ ਹੋ ਸਕਦੀ ਆ, ਜਾਂ ਹੋਰ ਵੀ ਕਈ ਤਰ੍ਹਾਂ ਦੇ ਸਾਈਡ ਇਫੈਕਟਸ ਨੇਗੇ ਇਸ ਐਸਪਿਰਿਨ ਨੂੰ ਖਾਣ ਨਾਲ ਹੋ ਸਕਦੇ ਆ। An issue for many users of aspirin over the year, children seem to be particularly sensitive, with epidemiological research demonstrating a connection between aspirin use in children suffering from a viral illness and a damaging and potentially fatal condition known as Ray's syndrome. As a result, the Food and Drug Administration has recommended, इन्होंने recommend किया कि बच्चों को ना दिता जाए। Parents avoid the use of aspirin for all feverish children and teenagers। इन्होंने सारे पैराग्राफ ਦੇ ਵਿੱਚ ਇੱਕ ਚੀਜ਼ ਕਹੀ। ਪਹਿਲਾਂ ਉਹਦੇ ਫਾਇਦੇ ਦੱਸੇ ਕਿ ਸੈਲਿਕ ਐਸਿਡ ਤੋਂ ਜਿਹੜੀ ਐਸਪਿਰਿਨ ਟੈਬਲੇਟ ਬਣੀ ਹੋਈ ਆ, ਇਹਦੇ ਫਾਇਦੇ ਕੀ ਆ ਆਪਾਂ ਨੂੰ ਦੱਸਦੇ, ਸਾਰੇ ਫਾਇਦੇ ਦੱਸਦੇ, ਪਰ ਉਸ ਤੋਂ ਬਾਅਦ ਇਹਦੇ ਨੁਕਸਾਨ ਵੀ ਦੱਸੇ। ਤੇ ਉਸ ਤੋਂ ਬਾਅਦ ਨੁਕਸਾਨ ਦੱਸਣ ਤੋਂ ਬਾਅਦ ਕਿ ਬੱਚਿਆਂ ਨੂੰ ਇਹ ਨਾ ਦਿੱਤੀ ਜਾਵੇ
ਜਿਵੇਂ ਕਿ ਸਾਰੇ ਫੇਵਰਿਟ ਚਿਲਡਰਨ ਨੂੰ ਨਾ ਦਿੱਤੀ ਜਾਵੇ, ਇਹਦੇ ਬਹੁਤ ਸਾਰੇ ਪ੍ਰੋਬਲਮ ਈਵਨ ਤੋਂ ਫੈਟਲ ਤੱਕ ਡੈਥ ਤੱਕ ਵੀ ਹੋ ਸਕਦੀ ਹੈਗੀ। ਤਾਂ ਟੂ ਬੀ ਵੈਰੀ ਫਰੈਂਕ, ਸਾਰੇ ਪੈਰਾਗ੍ਰਾਫ ਨੂੰ ਪੜ੍ਹਨ ਤੋਂ ਬਾਅਦ ਇਹਦੇ ਕੁਝ ਕੁ ਪੋਜ਼ਿਟਿਵ ਦਿੱਤੇ, ਉਸ ਵਾਰ ਆਪਾਂ ਨੂੰ ਇਹਦਾ ਨੈਗੇਟਿਵ ਵੀ ਦਿੱਤਾ ਵੀ ਇਹਦੇ ਨਾਲ ਕੀ ਹੋ ਸਕਦਾ ਹੈਗਾ, ਬੱਚਿਆਂ ਨੂੰ ਇਸ ਦਵਾਈ ਤੋਂ ਦੂਰ ਰੱਖਿਆ ਜਾਵੇ। ਤਾਂ ਸਾਰਾ ਪੈਰਾਗ੍ਰਾਫ ਇਹੀ ਚੀਜ਼ ਕਹਿਣਾ ਚਾਹੁੰਦਾ ਹੈਗਾ। ਚਲੋ ਆਪਾਂ ਇੱਕ ਵਾਰ ਇੱਧਰ ਮੈਚ ਕਰਦੇ ਹਾਂ। ਲਿਸਟ ਆਫ ਹੈਡਿੰਗ ਤੁਹਾਡੀ ਸਕਰੀਨ ਦੇ ਉੱਤੇ। ਅਵੇਲੇਬਿਲਿਟੀ ਟੂ ਦਾ ਪਬਲਿਕ, ਡੈਮ ਸ਼ੋਰ ਹੈ ਕਿ ਨਹੀਂ ਹੈਗਾ। यूज एज अ डाइजेस्टिव एड अपना हो गया बच्चे आंसर। रिस्क ऑफ द एप्लीकेशन टू द स्किन, ये भी आंसर अपना हो गया। एडिबल सोर्सेज, कोई खान की गल बिल्कुल भी नहीं। अर्ली पॉपुलरिटी इन यूरोप, बिल्कुल भी नहीं। अनवांटेड साइड इफेक्ट ऑफ स्वेलिंग एस्पिरिन, द एक्यूरेट आंसर जेड़ा अपना वो 6th हैगा। चलो आप हम कई बार श्योर करते हैं भी सर 6th क्यों, शायद बाकी भी रीड कर लिए। डिस्कवरी बिल्कुल भी नहीं आ सकता। एप्रोप्रिएट एंड इनएप्रोप्रिएट लॉन्ग टर्म यूजेस, बिल्कुल भी नहीं हैगा। एक्सटर्नल यूज अपना हो गया। बेनिफिट फॉर प्लांट लाइफ, कोई भी टॉक नहीं। अ रेमेडी फॉर सिक चिल्ड्रन, हुण बहुत सारे बच्चों के एक डाउट रह गया, वो रह गया 11th ते 6th। बहुत बच्चों लगता होना भी सर सिक चिल्ड्रन की टॉक की हुई है, पर बच्चे तुसी गौर नाल रीड करके देखो, एक वर्ड सारे आंसर में किवें चेंज करदा है। रेमेडी फॉर सिक चिल्ड्रन है। रेमेडी फॉर सिक चिल्ड्रन का मतलब तो होंदा है कि नुस्खा दिता होवे कि बीमार बच्चों को ठीक करना नुस्खा, पर ये तां आपां नूं ये दस्सिया गया कि ये तां बच्चों तो दूर रखो, बच्चों को दिओ ही ना। तो डेफिनेटली अनवांटेड साइड इफेक्ट स्वेलिंग एस्पिरिन, स्वेलिंग एस्पिरिन, एस्पिरिन खाण दे नाल किहड़े अनवांटेड साइड इफेक्ट आए सीगे, अपने पेट च स्टमक च इरीटेशन हो गई सीगी, ईवन कि इस तो बाद जिहड़ी आपनूं ब्लीडिंग भी हो गया सीगा, है ना, ते अल्सर्स भी हो गए सी, ते होर अनडिजायरेबल अपनियां प्रॉब्लम्स आ गई सी। सो इहदा आंसर 11th ना होके बल्कि 6th इहदा एक्यूरेट आंसर है। सो पैराग्राफ F नूं आपां रीड करदे हां। सैलिक एसिड हैज मैनी यूजेस फॉर ह्यूमनस एंड अदर एनिमल्स, जेड़ा ये एसिड हैगा ये बहुत सारे यूज ने, किहदे लिए ने, ह्यूमनस लिए तो हैगे ने, बल्कि एनिमल्स लिए भी ने। बट सैवरल स्पीसीज ऑफ फ्लोरा, वेरी नाइस, ग्रेट वर्ड। तुसीं इत्थे देखो कि इन्होंने फ्लोरा वर्ड यूज किया। दो चीज़ां होंदियां ने, फौना ते फ्लोरा। फौना हमेशा एनिमल्स लिए यूज किया जाता है, ते फ्लोरा हमेशा फ्लावर्स के लिए, प्लांट्स के लिए यूज किया जाता है। टू रिलाई ऑन इट्स बेनिफिट, ईवन के जिहड़ा सैलिक एसिड है इहदे बेनिफिट तां फ्लावर्स तक भी होंदे आ, प्लांट्स तक भी होंदे आ। शायद तुहानूं तुहाडे आंसर नूं हिट हो गया, पर मैं फिर भी तुहानूं अगे रीड करवाउणा। It seems to protect against fungicidal and bacterial infections by acting as a signal of the pathogenic invasion. ये बहुत सारे वायरसेस तो इन्हों बचाउंदा हैगा। It also acts as a kind of the therapeutic agent by playing a role in plant responses to abatic or external stress such as situations of drought, कोल्ड, हीट। मतलब की हैगा जिहड़ा सैलिक एसिड हैगा वो प्लांट दी लाइफ नूं भी बचा के रखदा है। ते डेफिनेटली ज़्यादा टाइम वेस्ट ना करदे होए तां तुहाडा आंसर हर एक बच्चे दे माइंड 'च हिट तां कर गया होना, पर डेफिनेटली हुण मैं किसी जगह ते वेस्ट नहीं करदा टाइम। ते इहदा आंसर 10th, बेनिफिट्स फॉर प्लांट लाइफ। तुसीं बाकी किसी नाल भी मैच करके देख लो, ईवन अपने बहुत सारे आंसर तां कट भी हो गए, तां डेफिनेटली जिहड़ा इहदा आंसर हैगा वो हैगा अपने कोले 10th, बेनिफिट्स फॉर प्लांट लाइफ। सो आई होप कि तुसीं बहुत एंजॉय कर रहे होगे। सैशन थोड़ा लेंथी जरूर रहेगा पर वैल्यूएबल है। इस तो बाद तुहानूं डाउट्स लिस्ट ऑफ हेडिंग्स नहीं रहने, ते अपने कोले लास्ट 2 रह गए, जी और एच। सो जी नूं रीड करदे हां। इट इज अ नेचुरली अकरिंग सबसटेंस इन मोस्ट फ्रूट्स, बिल्कुल जिहड़ा ये आम तौर पर कुदरती तौर पर जिहड़ा सबसटेंस है वो मिलदा हैगा, कीच मिलदा हैगा, फ्रूट्स मिलता है। बेरीज, फ्रूट्स किहड़े इंक्लूडिंग किवें करदे हैं, बेरीज ने, डेट्स ने, रेजन्स हो गई, दाखां, कीवी फ्रूट हो गए, ऑलिव्स हो गए, ते टमैटो। मतलब कि हुण खाण पीण वालीआं चीज़ां दे विच्चों आपां नूं जिहड़ा सैलिक एसिड है वो आम तौर पर मिलता है। अ फ्यू वेजिटेबल एंड ऑल्सो मशरूम एंड आमंड्स हैव अ स्ट्रॉन्ग सैलिक एसिड कंटेंट। सब्जियां दे विच, मशरूम च, बदामां च, पहला आपां नूं फ्रूट्स च दस्सिया भी मिलता है, ईवन हुण आपां नूं दसदा कि सब्जियां च भी मिलदा हैगा। Some herbs and spices, कई मसाले भी नेगे, such as turmeric and cumin, possesses so much of the substance that according to the Rowett Research Institute, a very spicy curry
contains more salicylic acid than a dose of aspirin। कहना एक डोज ऑफ एस्पिरिन ਜਿਹੜੀ ਗੋਲੀ ਬਣਦੀ ਹੈਗੀ ਉਸ ਤੋਂ ਵੀ ਕਿਤੇ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਸੈਲਿਕ ਐਸਿਡ ਹੈ ਉਹ ਆਪਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਦਾ ਹੈਗਾ। ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਆਪਾਂ ਨੂੰ ਸਾਰੇ ਫਰੂਟਸ ਤੇ ਵੈਜੀਟੇਬਲ ਦੇ ਨੇਮ ਆਪਾਂ ਨੂੰ ਮੈਂਸ਼ਨ ਕੀਤੇ ਹੋਏ ਆ। ਸੋ ਆਪਾਂ ਵਿਦਆਊਟ ਵੇਸਟਿੰਗ ਅ ਟਾਈਮ ਜੇ ਆਪਾਂ ਇਧਰ ਲਿਸਟ ਆਫ ਹੈਡਿੰਗ ਤੁਹਾਨੂੰ ਅੱਗੇ ਸ਼ੋ ਹੁੰਦੇ ਆ। ਅਵੇਲੇਬਿਲਿਟੀ ਆਫ ਦਾ ਪਬਲਿਕ ਬਿਲਕੁਲ ਨਹੀਂ ਹੈਗਾ। यूज डाइजेस्टिव एड हो गया, अपना रिस्कस कहंदा हो गया। तो फोर्थ आंसर नु कंसंट्रेट करके देखो बच्चे, एडिबल सोर्सेज ऑफ सैलिसिलिक एसिड। एडिबल किहड़े हुंदे जिहड़े खाण योग हुंदे आ, ते खाण योग च अपने कोले फ्रूट्स दी भी टॉक कीती है ते अपने कोले वेजिटेबल दी टॉक भी कीती है। तो 110% वी आर श्योर कि अपना आंसर 4 है। तुसीं किसे नाल भी मैच करके देख लो। एग्जांपल मैं कर भी देना तुहानूं, एप्रोप्रिएट ते इनएप्रोप्रिएट लॉन्ग टर्म यूजेस कोई टॉक नहीं की हैगी, कोई प्लांट दी लाइफ नहीं की, रेमेडी सिक चिल्ड्रन नहीं किया, नथिंग एल्स। तो अपना एक्यूरेट आंसर जिहड़ा वो 4th हैगा। आई होप कि सारे नूं समझ आ रहा होएगा। जे किसी नूं कोई भी क्वेश्चन डाउट होएगा तो डेफिनेटली तुसीं कमेंट कर सकते होगे, जां किसी भी तरह की होर किसी आयल्स दे विच किसी भी तरीके का डाउट है तुसीं कमेंट करियो। मैं बिल्कुल उसनूं बहुत वधिया तरीके नाल ओहदा वीडियो बना के तुहाडे अगे पेश करूंगा ताकि तुहानूं कोई भी चीज़ का डाउट ना रहे। सो अपने कोल लास्ट एक हैडिंग रह गया है जिहड़ा अपना पैसेज हैगा H। Some physicians recommend aspirin as a continuous medication in low doses to provide a defense against heart attack, strokes and blood clot formation in some patient। ਇਹ ਕਹਿੰਦੇ ਵੀ ਜਿਹੜਾ ਐਸਪਿਰਿਨ ਇਹਦੀ ਜਿਹੜਾ ਫਿਜ਼ੀਸ਼ੀਅਨਸ ਕਹਿੰਦੇ ਹੈਗੇ ਜਿਹੜੀ ਐਸਪਿਰਿਨ ਹੈ ਨਾ ਉਹ ਬੜੀਆਂ ਜਗ੍ਹਾ ਤੇ ਕੰਮ ਆਉਂਦੇ, ਈਵਨ ਕਿ ਹਾਰਟ ਅਟੈਕ ਤੱਕ ਤੋਂ ਵੀ ਬਚਾਉਂਦੀ ਆ, ਕਈ ਵਾਰ ਬਲੱਡ ਕਲੌਟ ਆ ਜਾਂਦਾ ਹੈਗਾ ਉਹ ਤੋਂ ਵੀ ਬਚਾਉਂਦੀ ਆ। Early results from the studies show it may be even effective in a warding of certain types of cancer। ਤੁਸੀਂ ਇਹ ਦੇਖੋ ਕਿ ਇਹਦੀ ਵੈਲਿਊ ਕਿੰਨੇ ਵੱਡੇ ਲੈਵਲ ਤੇ ਦਿੱਤੀ ਆ ਕਿ ਕੈਂਸਰ ਤੱਕ ਦੀਆਂ ਬਿਮਾਰੀਆਂ ਨੂੰ ਵੀ ਠੀਕ ਕਰਦੀ ਆ। ਹਾਊਐਵਰ ਆਇਲਸ ਦੇ ਵਿੱਚ ਜਿੱਥੇ ਹਾਊਐਵਰ ਵਰਡ ਆ ਗਿਆ ਇਟ ਰੀਅਲੀ ਮੀਨਸ ਕਿ ਹੁਣ ਜਿਹੜੀ ਸਟੇਟਮੈਂਟ ਹੈ ਉਹ ਕੰਟਰਾਡਿਕਟ ਹੋਏਗੀ, ਮਤਲਬ ਕਿ ਉੱਪਰ ਇਹਦੇ ਕੱਲੇ ਫਾਇਦੇ ਦੱਸਦੇ, ਹੁਣ ਤੁਸੀਂ ਦੇਖਿਓ ਬਿਲਕੁਲ ਇਹਦੇ ਨੀਚੇ ਦੇ ਉਲਟ ਬੋਲਿਆ ਜਾਊਗਾ। ਜਿੱਥੇ ਵੀ ਹਾਊਐਵਰ ਵਰਡ ਆ ਗਿਆ ਤਾਂ ਡੈਫੀਨੇਟਲੀ ਉਸ ਤੋਂ ਬਿਲਕੁਲ ਉਲਟ ਇਹਦੇ ਹੁਣ ਆਪਣੀ ਸਟੇਟਮੈਂਟ ਹੋਏਗੀ। It is not suggested that the healthy people should start taking a daily aspirin as a prophylactic measure, as there are positive lifestyle change that can be made instead। ਬਿਲਕੁਲ ਉਹ ਕਹਿੰਦਾ ਵੀ ਇਹ ਨਾ ਹੋਵੇ ਨਾ, ਬਹੁਤ ਲੋਕਾਂ ਨੂੰ ਲੱਗਦਾ ਨਾ ਵੀ ਹਾਰਟ ਅਟੈਕ ਤੋਂ ਬਚਾਏਗੀ, ਕਲੌਟ ਤੋਂ ਬਚਾਏਗੀ, ਕੈਂਸਰ ਤੋਂ ਬਚਾਏਗੀ, ਵੀ ਇੱਕ ਹੈਲਦੀ ਬੰਦਾ ਵੀ ਐਸਪਿਰਿਨ ਲੈਣੀ ਸ਼ੁਰੂ ਕਰ ਦੇ। ਉਹ ਕਹਿੰਦਾ ਨਹੀਂ, ਇਹਦੇ ਮਾੜੇ ਪ੍ਰਭਾਵ ਵੀ ਹੋ ਸਕਦੇ ਆ। ਹੈਲਦੀ ਬੰਦਾ ਕਿਵੇਂ ਬਚ ਸਕਦਾ ਹੈਗਾ ਇਹ ਚੀਜ਼ਾਂ ਤੋਂ? ਉਹ ਕਹਿੰਦਾ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰਕੇ, ਜਿਵੇਂ ਕੁਇਟਿੰਗ ਸਮੋਕਿੰਗ, ਕੰਜ਼ਿਊਮਿੰਗ ਲਿਟਲ ਔਰ ਨੋ ਐਲਕੋਹਲ, ਸਿਗਰਟ ਨੂੰ ਆਪਣੀ ਨੂੰ ਬੰਦ ਕਰ ਦੇ, ਸ਼ਰਾਬ ਨੂੰ ਘਟਾ ਦੇ ਪੀਣਾ ਹੈ ਨਾ, ਜਾਂ ਜਮੀ ਬੰਦ ਕਰ ਦੇ। ਐਂਡ ਮੇਨਟੇਨਿੰਗ ਅ ਨਾਰਮਲ weight by eating a wholesome diet and getting regular exercise। ਐਕਸਰਸਾਈਜ਼ ਕਰੋ ਤਾਂ ਇਹ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹ ਨਹੀਂ ਹੈਗਾ ਕਿ ਐਸਪਿਰਿਨ ਖਾਓ ਤੇ ਆਪਾਂ ਹਾਰਟ ਅਟੈਕ ਤੋਂ ਆਪਣੇ ਆਪ ਨੂੰ ਬਚਾਵਾਂਗੇ। These adjustment to lifestyle may not be effortless but in the long run are extremely beneficial। ਇਹ ਇੱਕ long run ਦੇ ਵਿੱਚ ਜਾ ਕੇ beneficial ਹੋਣਗੇ, ਇੱਕ ਦੋ ਦਿਨ ਚ ਫਾਇਦਾ ਨਹੀਂ ਦੱਸਦੇ, ਘੱਟੋ ਘੱਟ ਇਹਦਾ ਫਾਇਦਾ ਦੇਖਣ ਲਈ ਸਾਲ 2 ਸਾਲ 3 ਸਾਲ 5 ਸਾਲ ਲੱਗਦੇ ਆ। If symptoms of withdrawal from nicotine or caffeine for example are painful, you could take a couple of aspirin to overcome a temporary discomfort। ਐਸਪਿਰਿਨ ਨੂੰ ਖਾਣ ਦੇ ਨਾਲ ਇੱਕ ਥੋੜੇ ਸਮੇਂ ਦਾ ਆਰਾਮ ਆ ਸਕਦਾ ਹੈ, ਪਰ ਲਗਾਤਾਰ ਆਪਾਂ ਜੇ ਕਹੀਏ ਵੀ ਲਾਈਫ ਟਾਈਮ ਦੇ ਆਪਾਂ ਨੂੰ ਇਹਦਾ ਛੁਟਕਾਰਾ ਮਿਲ ਜੂਗਾ ਪ੍ਰੋਬਲਮ ਤੋਂ, ਤਾਂ ਉਹ ਬਿਲਕੁਲ ਵੀ ਨਹੀਂ ਹੈਗਾ। ਤਾਂ ਜਿਹੜਾ ਆਪਣੇ ਕੋਲੇ ਐਚ ਆਨਸਰ ਹੈ ਤਾਂ ਇਹਦਾ ਆਨਸਰ ਤੁਸੀਂ ਇੱਕ ਵਾਰ ਆਪ ਦੇਖੋ। ਅਵੇਲੇਬਿਲਿਟੀ ਟੂ ਦਾ ਪਬਲਿਕ ਡੈਫੀਨਿਟਲੀ ਨਾਟ, ਕੋਈ ਪਬਲਿਕ ਦੀ ਟਾਕ ਨਹੀਂ ਹੈਗੀ। ਡਾਈਜੈਸਟਿਵ ਏਡ ਵੀ ਨਹੀਂ ਹੈਗਾ, ਸਕਿਨ ਦਾ ਰਿਸਕ ਵੀ ਨਹੀਂ ਹੈਗਾ। ਐਡੀਬਲ ਆਪਣਾ ਹੋ ਗਿਆ। अर्ली पॉपुलरिटी इन यूरोप आंसर बिल्कुल नहीं हैगा। अनवांटेड साइड इफेक्ट भी हो गया, डिस्कवरी भी हो गया। अपने खुले आंसर जेड़ा बच देगा दैट इज कॉल्ड एप्रोप्रिएट एंड इनएप्रोप्रिएट लॉन्ग टर्म यूजेज। मतलब कि एक पासे अपन एप्रोप्रिएट दसे ਉਹਦੇ फायदे दसे सी, इनएप्रोप्रिएट अपन दसे ਵੀ ਇਹਦੇ फायदे ਵੀ ਕਿਤੇ ਹੈਲਦੀ ਬੰਦਾ ਨਾ ਖਾਣ ਲੱਗ ਜੇ, ਤੇ ਲੌਂਗ ਟਰਮ ਦੇ ਯੂजेस ਆਪਾਂ ਨੂੰ ਪ੍ਰੋਪਰਲੀ ਐਕਸਪਲੇਨ ਕੀਤੇ ਸੀ। ਸੋ ਆਪਣੇ ਕੋਲੇ ਲਿਸਟ ਆਫ ਹੈਡਿੰਗ ਆਪਾਂ ਸਾਰੇ ਕੀਤੇ ਆ, ਪਰ ਇਹਦੇ ਚ ਸ਼ਾਇਦ ਤੁਸੀਂ ਗੌਰ ਕਰੋ 5th ਨੰਬਰ ਹੈ अर्ਲੀ ਪਪੂਲਰਿਟੀ ਇਨ ਯੂਰਪ, ਇਹ ਕਿਤੇ ਵੀ ਮੈਂਸ਼ਨ ਨਹੀਂ ਹੈਗਾ। ਰੈਮੇਡੀ ਫॉर ਸਿਕ ਚਿਲड्रन ਇਹ ਵੀ ਕਿਤੇ ਮੈਂਸ਼ਨ ਨਹੀਂ ਹੈਗਾ। ਐਗਜ਼ਾਮਪਲ ਦੇਣਾ 1 2 3 4 5 6 7 8 okay, we have 8 paragraphs or 1 2 we have a 11। सो ये गल याद रखो, लिस्ट ऑफ हेडिंग अपने को 3 एक्स्ट्रा सीगे आपां नूं कंफ्यूज करने दे लई।
8 ਆਪਣੇ ਕੋਲੇ ਪੈਰਾਗ੍ਰਾਫ ਹੈ, ਮੀਨ 8 ਪੈਰਾਗ੍ਰਾਫ, ਤੇ ਇਧਰ ਲਿਸਟ ਆਫ ਹੈਡਿੰਗ ਆਪਣੇ ਕੋਲੇ 11 ਸੀਗੇ। ਸੋ ਅਵੇਲੇਬਿਲਿਟੀ ਟੂ ਦਾ ਪਬਲਿਕ ਬਿਲਕੁਲ ਆਪਾਂ ਨੂੰ ਯੂਜ਼ ਹੀ ਨਹੀਂ ਹੋਇਆ, ਗਲਤ ਸੀਗਾ। अर्ਲੀ ਪਪੂਲੈਰਿਟੀ ਇਨ ਯੂਰਪ ਬਿਲਕੁਲ ਯੂਜ਼ ਨਹੀਂ ਹੋਇਆ। ਰੈਮੇਡੀ ਫॉर ਸਿਕ ਚਿਲड्रन ਬਿਲਕੁਲ ਵੀ ਯੂਜ਼ ਨਹੀਂ ਹੋਇਆ। ਸਾਰੇ ਪੈਰਾਗ੍ਰਾਫ ਨੂੰ ਮੈਂ ਬਹੁਤ ਲੈਂਥੀ ਤਰੀਕੇ ਨਾਲ ਬਣਾਇਆ ਜ਼ਰੂਰ ਹੈਗਾ, ਪਰ ਬਹੁਤ ਡੀਪਲੀ ਤੁਹਾਨੂੰ ਪੜਾਇਆ ਵੀ ਹੈ। ਤਾਂ ਤੁਹਾਨੂੰ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੋ ਜਾਏਗਾ, ਜਦੋਂ ਤੁਸੀਂ ਲਿਸਟ ਆਫ ਹੈਡਿੰਗ ਨੂੰ ਇੰਨੇ ਡੀਪ ਜਾ ਕੇ ਪੜਿਆ ਤਾਂ ਤੁਸੀਂ ਇਹ ਲਾਓ ਕਿ ਮੈਨੇ 8 ਕੁਐਸਚਨਸ ਕੀਤੇ ਆ, ਪਰ ਇੱਕ ਪੈਰਾਗ੍ਰਾਫ ਦੇ ਵਿੱਚ ਮਿਨੀਮਮ 13 to 14 ਕੁਐਸਚਨਸ ਹੁੰਦੇ ਆ। ਤਾਂ ਜਿਹੜੇ ਉੱਪਰਲੇ ਆਪਣੇ 5 or 6 ਕੁਐਸਚਨਸ ਜਿਹੜੇ ਰਹਿ ਗਏ ਆ ਨਾ, ਤਾਂ ਸਾਰੇ ਆਪਾਂ ਨੇ ਇਸ ਪੈਰਾਗ੍ਰਾਫ 'ਚ ਪੜ੍ਹ ਲਏ। ਜਦੋਂ ਤੁਸੀਂ ਉੱਪਰਲੇ 5 or 6 ਕੁਐਸਚਨਸ ਕਰੋਗੇ ਤਾਂ ਜ਼ਿਆਦਾ ਟਾਈਮ ਨਹੀਂ, 1 or 2 ਮਿੰਟ ਇਨਫ ਹੈ, ਕਿਉਂਕਿ ਤੁਹਾਨੂੰ ਸਾਰੀਆਂ ਲੋਕੇਸ਼ਨਸ ਪਤਾ ਲੱਗ ਗਈਆਂ। ਪ੍ਰੋਪਰਲੀ ਆਪਾਂ ਨੇ ਇਹਨੂੰ ਰੀਡ ਆਊਟ ਕਰ ਲਿਆ। ਇਹ ਮੇਰੀ ਫਸਟ ਵੀਡੀਓ ਸੀ ਜਿਹੜੀ ਮੈਂ ਇਸ ਟਾਈਮ YouTube ਚੈਨਲ ਦੇ ਉੱਤੇ ਆਪਣੀ ਟੀਚਿੰਗ ਦੀ ਪਾਈ ਆ। ਸ਼ਾਇਦ ਫਸਟ ਟਾਈਮ ਥੋੜਾ ਬਹੁਤ ਕਨਫਿਊਜ਼ ਵੀ ਹੋ ਸਕਦਾ ਹੈਗਾ, ਬਟ ਮੈਂ ਟਰਾਈ ਕਰੂੰਗਾ ਕਿ ਇਸ ਤੋਂ ਵੀ ਵਧੀਆ ਕੰਟੈਂਟ ਤੁਹਾਡੇ ਅੱਗੇ ਲੈ ਕੇ ਆਵਾਂ। ਜੇ ਕੋਈ ਵੀ ਮਿਸਟੇਕ ਹੋਈ ਹੋਵੇ ਤਾਂ ਤੁਹਾਡਾ ਛੋਟਾ ਭਰਾ ਜਾਂ ਤੁਹਾਡਾ ਦੋਸਤ, ਤੁਹਾਡਾ ਜੋ ਮਰਜ਼ੀ, ਤੁਸੀਂ ਆਪਣਾ ਛੋਟਾ ਸਮਝ ਕੇ ਮੈਨੂੰ ਮਾਫ ਕਰਿਓ। ਪਰ ਇਨ ਫਿਊਚਰ ਦੇ ਵਿੱਚ ਵੀ ਮੈਂ ਐਵੇਂ ਦੀਆਂ ਯੂਜ਼ਫੁਲ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦਾ ਰਹੂੰਗਾ। ਕੋਈ ਵੀ, ਚਾਹੇ ਉਹ ਰੀਡਿੰਗ ਹੈ, ਰਾਈਟਿੰਗ, ਸਪੀਕਿੰਗ, ਕੋਈ ਵੀ ਮੋਡਿਊਲ ਹੋਏਗਾ, ਈਵਨ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਵੀ ਸਕਦੇ ਹੋ। ਕੋਈ ਵੀ ਪ੍ਰੋਬਲਮ ਹੁੰਦੀ ਹੈ, ਆਈ ਸ਼ੋਰਲੀ ਹੈਲਪ ਯੂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਡਿਫਰੈਂਟ ਕਾਈਂਡ ਦੀਆਂ ਵੀਡੀਓਜ਼ ਬਣਾਵਾਂਗਾ। ਸੋ ਵਿਦਾ ਲੈਣਾ ਤੁਹਾਡੇ ਤੋਂ। ਸੋ ਸਤਿ ਸ਼੍ਰੀ ਅਕਾਲ।